ਗਣ ਨਾ ਵਿਚਾਰੋ ਕੋਈ, ਮਾਟੀ ਕਾ ਕਿਆ ਧੋਪੈ ਸੁਆਮੀ, ਮਾਨਸ ਕੀ ਗਤ ਹੀ, ਕੋਟ ਪਰਾਧ ਹਮਾਰੇ ਖੰਡੋ, ਅਨੇਕ ਵਿਧੀ ਸਮਝਾਵੋ, ਹਮ ਅਗਿਆਨ ਅਲਪ ਮਤ ਥੋਰੀ, ਤੁਮ ਆਪਨ ਵਿਰਦ ਰਖਾਵੋ, ਭਗਤ ਭੰਡਾਰ ਗੁਰਬਾਣੀ ਲਾਲ, ਗਾਵਤ ਸੁਣਤ ਕਮਾਵਤ ਨਿਹਾਲ, ਸਾਚੀ ਬਾਣੀ ਮਿੱਠੀ ਅੰਮ੍ਰਿਤ ਧਾਰ, ਜਿਨ ਪੀਤੀ ਤਿਸ ਮੋਖ ਦੁਆਰ, ਬਾਣੀ ਗੁਰੂ ਗੁਰੂ ਹੈ ਬਾਣੀ, ਵਿੱਚ ਬਾਣੀ ਅੰਮ੍ਰਿਤ ਸਾਰੇ, ਗੁਰਬਾਣੀ ਕਹੈ ਸੇਵਕ ਜਨ ਮਾਨੈ, ਪਰਤਖ ਗੁਰੂ ਨਿਸਤਾਰੇ, ਪਰਮ ਸਨਮਾਨੀ ਯੋਗ ਜੁਗੋ ਜੁਗ ਟਲ ਚਵਰ ਛਤਰ ਤਖਤ ਦੇ ਮਾਲਿਕ, ਦਇਆ ਸਿੰਧ ਕਿਰਪਾ ਨਿਧ, ਗੁਰਤਾ ਗੱਦੀ ਤੇ ਵਿਰਾਜਮਾਨ ਸਤਿਗੁਰੂ, ਧੰਨ ਧੰਨਾਦ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਪਾਵਨ ਪਵਿੱਤਰ ਹਜ਼ੂਰੀ ਅੰਦਰ ਜੁੜ ਬੈਠੇ ਸਰਵਤਰ ਮਾਈ ਭਾਈ ਬਹੁਤ ਵੱਡਿਆਂ ਭਾਗਾਂ ਵਾਲੇ ਹੋ, ਜੋ ਅਕਾਲ ਪੁਰਖ ਵਾਹਿਗੁਰੂ ਦੁਆਰਾ ਬਖਸ਼ਿਸ਼ ਕੀਤੇ ਹੋਏ ਮਾਨਸ ਜਨਮ, ਦੁਰਲਭ ਦੇਹ ਦੀਆਂ ਅਮੋਲਕ ਘੜੀਆਂ, ਵੇਸ਼ਕੀਮਤੀ ਸਵਾਸ, ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀਆਂ ਦੀ ਨਿੱਘੀ ਗੋਦ ਅੰਦਰ ਜੁੜ ਬੈਠ ਸਫਲ ਕਰਨ ਦਾ ਸਫਲ ਯਤਨ ਕਰ ਰਹੇ ਹੋ। ਅੱਜ ਦੇ ਨਾ ਵਿਸ਼ੇਸ਼ ਰਾਤਰੀ ਦੇ ਦੀਵਾਨਾਂ ਦੇ ਅੰਦਰ ਸੋਦਾ ਰਹਿਰਾਸ ਜੀ ਦੇ ਜਾਪ ਉਪਰੰਤ ਗੁਰੂ ਘਰ ਦੇ ਪਿਆਰੇ ਕੀਰਤਨੀਆਂ ਸਿੰਘਾਂ ਪਾਸੋਂ ਬਹੁਤ ਹੀ ਪਿਆਰ ਨਾਲ ਰਸ ਭਿੰਨਾ ਸ਼ਬਦ ਕੀਰਤਨ ਸਰਵਣ ਕੀਤਾ ਹੈ। ਆਓ ਸਾਧ ਸੰਗਤ ਕੁਝ ਕੁ ਮਿੰਟਾਂ ਵਾਸਤੇ ਆਪੋ ਆਪਣੀ ਸੁਰਤੀ ਵਿਰਤੀ ਇਕਾਗਰ ਕਰੋ, ਗੁਰਮਤ ਵਿਚਾਰਾਂ ਨਾਲ ਸਾਂਝ ਬਣਾਈਏ। ਇੱਕ ਵਾਰ ਸਾਰੀ ਸੰਗਤ ਬਖਸ਼ੋ ਆਸੀਸ,
ਲਵਾਓ ਹਾਜ਼ਰੀ ਦੋਵੇਂ ਹੱਥ ਜੋੜ ਕੇ ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਇੱਕ ਵਾਰ ਫਿਰ ਆਖੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਸਤਿਗੁਰੂ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਪਾਵਨ ਬਾਣੀ ਕਿਸੇ ਇੱਕ ਜਾਤ ਵਰਨ ਕੁਲ ਮਤ ਮਜ਼ਹਬ ਜਾਂ ਦੇਸ਼ ਦੇ ਲੋਕਾਂ ਵਾਸਤੇ ਨਹੀਂ, ਸਮੁੱਚੀ ਮਨੁੱਖਤਾ ਦੇ ਕਲਿਆਣ ਹਿਤ ਹੈ। ਔਰ ਸਤਿਗੁਰੂ ਸੱਚੇ ਪਾਤਸ਼ਾਹ ਜੀ ਨੇ ਇਸ ਮਨੁੱਖਤਾ ਉੱਤੇ ਬਹੁਤ ਵੱਡਾ ਤਰਸ ਕੀਤਾ ਹੈ, ਜੋ ਆਪਾਂ ਸਾਰਿਆਂ ਨੂੰ ਬਹੁਤ ਹੀ ਸਰਲ ਰੂਪ ਵਿੱਚ ਗ੍ਰਸਤ ਵਿੱਚ ਰਹਿੰਦਿਆਂ, ਪਰਿਵਾਰ ਵਿੱਚ ਰਹਿੰਦਿਆਂ, ਸੰਸਾਰ ਵਿੱਚ ਰਹਿੰਦਿਆਂ ਉਸ ਨਿਰੰਕਾਰ ਅਕਾਲ ਪੁਰਖ ਤੱਕ ਕਿਵੇਂ ਪਹੁੰਚਣਾ ਹੈ, ਮਨੁੱਖ ਨੇ ਆਪਣਾ ਜੀਵਨ ਕਿਵੇਂ ਸਫਲ ਕਰਨਾ ਹੈ, ਸਤਿਗੁਰੂ ਜੀ ਨੇ ਬਹੁਤ ਸਰਲ ਤਰੀਕੇ ਨਾਲ ਬਖਸ਼ਿਸ਼ ਕੀਤੀ। ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਪਾਵਨ ਬਾਣੀ ਸੰਸਾਰ ਦੇ ਸਮਸਤ ਲੋਕਾਂ ਵਾਸਤੇ ਕਲਿਆਣ ਹਿਤ ਹੈ। ਸਤਿਗੁਰੂ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਪਾਵਨ ਬਾਣੀ ਜਿੱਥੇ ਸਮਾਜ ਦਾ ਜੀਵਨ ਮਹਾਰਾਜ ਜੀ ਨੇ ਬਖਸ਼ਿਸ਼ ਕੀਤਾ ਕਿਵੇਂ ਮਨੁੱਖ ਨੇ ਜੀਣਾ ਹੈ, ਉੱਥੇ ਸੰਸਾਰ ਵਿੱਚ ਰਹਿੰਦੇ ਇਹਦੇ ਫਰਜ਼ ਕੀ ਨੇ, ਧਰਮ ਕੀ ਹੈ, ਅਸਲ ਵਿੱਚ ਧਰਮ ਕੀ ਹੈ, ਉਹ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀ ਬਾਣੀ ਨੇ ਬਹੁਤ ਸਰਲ ਤਰੀਕੇ ਨਾਲ ਦੱਸਿਆ। ਦੁਨੀਆ ਦਾ ਕੋਈ ਵੀ ਇਸ ਤਰ੍ਹਾਂ ਦਾ ਸਵਾਲ ਜਾਂ ਸਬਜੈਕਟ, ਕੋਈ ਵਿਸ਼ਾ ਨਹੀਂ ਜਿਹਦੇ ਉੱਤੇ ਸਤਿਗੁਰੂ ਜੀ ਨੇ ਬਾਣੀ ਨਾ ਉਚਾਰਨ ਕੀਤੀ ਹੋਈ। ਸ਼੍ਰੀਮਾਨ ਭਾਈ ਸਾਹਿਬ ਭਾਈ ਗੁਰਦਾਸ ਸਾਹਿਬ ਜੀ ਲਿਖਦੇ ਨੇ, ਕਹਿੰਦੇ ਭਾਈ ਸਮੁੰਦਰ ਵਿੱਚ ਬਹੁਤ ਪ੍ਰਕਾਰ ਦੇ ਜੀਵ ਜੰਤੂ ਨੇ, ਬਹੁਤ ਪ੍ਰਕਾਰ ਦੇ ਪਦਾਰਥ ਨੇ, ਪਰ ਉਸ ਸਮੁੰਦਰ ਦੇ ਅੰਦਰੋਂ ਜਿਹੜਾ ਹੰਸ ਹੈ ਨਾ, ਉਹ ਮੋਤੀ ਚੁਗ ਲੈਂਦਾ ਹੈ। ਪਹਾੜਾਂ ਦੀਆਂ ਕੰਧਰਾਂ ਵਿੱਚ ਕਈ ਪ੍ਰਕਾਰ ਦੀਆਂ ਧਾਤਾਂ ਛੁਪੀਆਂ ਨੇ, ਪਰ ਜਿਹੜਾ ਸਾਧ ਸੰਗਤ ਕੋਈ ਖਨਵਾਰਾ ਹੈ, ਖੋਜ ਕਰਨ ਵਾਲਾ, ਉਹ ਪਹਾੜਾਂ ਦੀਆਂ ਕੰਧਰਾਂ ਵਿੱਚੋਂ ਮੋਤੀ ਚੁਗ ਲੈਂਦਾ, ਹੀਰੇ ਕੱਢ ਲੈਂਦਾ ਤੇ ਬਹੁਤ ਵੱਡਮੁੱਲੀ ਕੀਮਤ ਪ੍ਰਾਪਤ ਕਰ ਲੈਂਦਾ। ਜੰਗਲਾਂ ਵਿੱਚ ਕਈ ਪ੍ਰਕਾਰ ਦੇ ਦਰਖਤ ਨੇ। ਭਾਈ ਗੁਰਦਾਸ ਜੀ ਲਿਖਦੇ, ਖੋਜੀ ਬੰਦਾ ਜਿਹੜਾ ਜਿਹਨੂੰ ਪਰਖ ਆ ਜਾਏ, ਭਾਈ ਉਹ ਬਹੁਤੇ ਦਰਖਤ ਵੱਢਦਾ ਨਹੀਂ, ਉਹ ਚੰਦਨ ਦੀ ਖੋਜ ਕਰਦਾ ਹੈ। ਜਦੋਂ ਉਹਦੇ ਹੱਥ ਚੰਦਨ ਆ ਜਾਏ ਤਾਂ ਫਿਰ ਥੋੜੀ ਜਿਹੀ ਚੀਜ਼ ਨਾਲ ਵੀ ਉਹ ਕਰੋੜਾਂ ਰੁਪਈਆ ਕਮਾ ਲੈਂਦਾ ਹੈ। ਏਦਾਂ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਬਾਣੀ ਸਮੁੰਦਰ ਹੈ। ਇਸ ਸਾਗਰ ਵਿੱਚੋਂ ਜਿਹੜਾ ਵੀ ਸਿੱਖ ਗੁਰੂ ਦੇ ਕੋਈ ਖਿੰਨ ਮਾਤਰ ਵੀ ਗੁਣ ਗ੍ਰਹਿਣ ਕਰ ਲੈਂਦਾ, ਉਹ ਇਸ ਮਾਨਸ ਜਨਮ ਨੂੰ ਸਫਲ ਕਰ ਜਾਂਦਾ। ਸਮੁੰਦਰ ਹੈ, ਇਹਨੂੰ ਪੂਰਾ ਨਹੀਂ ਕਮਾਇਆ ਜਾ ਸਕਦਾ। ਸਤਿਗੁਰੂ ਸੱਚੇ ਪਾਤਸ਼ਾਹ ਜੀ ਨੇ ਬਖਸ਼ਿਸ਼ ਕਿਰਪਾ ਕੀਤੀ ਹੈ, ਆਪਾਂ ਨੂੰ ਇਹ ਅਵਸਰ ਬਖਸ਼ਿਸ਼ ਕੀਤਾ ਹੈ। ਭਾਈ ਗੁਰਦਾਸ ਸਾਹਿਬ ਲਿਖਦੇ ਨੇ, ਜੈਸੇ ਤੋ ਸਮੁੰਦਰ ਵਿਖੇ ਸਕਲ ਪਦਾਰਥ ਨਿਧ, ਹੰਸ ਮਰ ਜੀਵਾ ਨਿਸ਼ਚੈ ਪ੍ਰਸਾਦ ਪਾਵੇ। ਜੈਸੇ ਬਣ ਵਿਖੇ ਮਲਿਆਗਰ ਸੋਧਾ ਕਪੂਰ, ਸੋਧ ਕੈ ਸੁਵਾਸੀ ਸੁਵਾਸ ਬਹਿਸਾਵੇ। ਅਖੀਰ ਤੇ ਕਹਿੰਦੇ, ਤੈਸੇ ਗੁਰਬਾਣੀ ਵਿਖੇ ਸਕਲ ਪਦਾਰਥ ਹੈ, ਜੋਈ ਜੋਈ ਖੋਜੈ ਸੋਈ ਸੋਈ ਨਿਪਜਾਵੇ। ਗੁਰੂ ਗ੍ਰੰਥ ਸਾਹਿਬ ਦੀ ਬਾਣੀ ਵਿੱਚ ਸਾਰਾ ਕੁਝ ਭਰਿਆ ਹੈ। ਇਹ ਮਨੁੱਖ ਦੀ ਖੋਜ ਤੇ ਡਿਪੈਂਡ ਕਰਦਾ ਹੈ। ਸੰਸਾਰੀ ਤੌਰ ਤੇ ਬਹੁਤ ਲੋਕ ਨੇ ਜਿਨ੍ਹਾਂ ਦਾ ਗੁਰਦੁਆਰੇ ਆਉਣਾ, ਧਰਮ ਵਿੱਚ ਆਉਣਾ, ਪੂਜਾ ਪਾਠ ਕਰਨਾ ਸਿਰਫ ਪਦਾਰਥਾਂ ਤੱਕ ਸੀਮਤ ਹੈ। ਅਰਦਾਸ ਪੂਰੀ ਹੋ ਜਾਏ, ਪਦਾਰਥ ਮਿਲ ਜਾਣ, ਇੱਥੋਂ ਤੱਕ ਕਿ ਉਹ ਧਰਮ ਵਿੱਚ ਸੀਮਤ ਨੇ।
मैं एक दिन दरबार साहब तो ये बेनती कही, धरती के 70% लोग धार्मिक ने। हर बंदा किसी न किसी धर्म की पूजा कर रहा, पाठ कर रहा, उहदे घर में जाओ कोई ना कोई धर्म का चिन्ह मिल जाएगा उहदे कोलों। पर साध संगत उहदे विचों 0.5% भी लोग धर्म विच कामयाब नहीं हुंदे। उहदा रीजन, उहदा कारण की है? असीं धर्म कमाउणा ही नहीं चाहुंदे। मनुख धर्म उन्ना को कमाउणा चाहुंदा है जिन्ना को दी संसारी लोड़ पूरी हुंदी रहे, उस तो अगे वधना ही नहीं चाहुंदा। ਉਹਦੀ ਇੱਛਾ ਸੰਸਾਰ ਦੇ ਪਦਾਰਥਾਂ ਤੱਕ ਰਹਿ ਜਾਂਦੀ ਹੈ। ਪੁੱਤਰ ਧੀਆਂ, ਸੰਸਾਰ, ਪਦਾਰਥ, ਪੈਸਾ, ਕਾਰੋਬਾਰ, ਇੱਥੋਂ ਤੱਕ ਹੀ ਉਹਦੀ ਉਮਰ ਮੁੱਕ ਜਾਂਦੀ ਹੈ। ਪਦਾਰਥ ਤੋਂ ਅੱਗੇ ਪਰਮਾਤਮਾ ਦੀ ਖੋਜ ਵੱਲ ਕੋਈ ਵਿਰਲਾ ਮਨੁੱਖ ਤੁਰਦਾ ਹੈ, ਜਿਹਨੂੰ ਮਹਾਰਾਜ ਨੇ ਕਿਹਾ ਕੋਟਨ ਮੈਂ ਨਾਨਕ ਕਹੂੰ ਨਾਰਾਇਣ ਜਿਹ ਚੀਤ। ਕਿਉਂਕਿ ਉਸ ਮਾਰਗ ਤੇ ਜਦੋਂ ਤੁਰੋਗੇ फिर इस संसार के बहुत सारे रस तुहानूं छड्डणे पैणगे। मनुख रस छड्डना नहीं चाहुंदा, शरीर विरध हो जाता है, मन दीयां इच्छावां रह जांदियां ने, अध विचकार मर जाता है, इहनूं फिर दोबारा जन्म लैना पैंदा। सतगुर सच्चे पातशाह जी ने वचन कहे, भाई दुनियावी लोड़ पदार्थ तैनूं चाहीदे ने, वो गुरु कोलों मंग, रब कोलों मंग, परमात्मा कोलों इच्छा रख, पर सारी उम्र तेरी इच्छा पदार्थां तक नहीं होनी चाहिए। तेरी इच्छा पदार्थ तो अगे भी तुरनी चाहिए। हुण वो सोझी वो ज्ञान सिर्फ गुरु कोलों मिलना है। जिथे तुसीं बैठे हो इत्थे गुरु दे दर उत्ते गुरु द्वारे होए सोझी पाए सी, ये तो द्वारे धोए हच्छा होए सी। इत्थों गुरु ग्रंथ साहिब दी बाणी ने सोझी देनी है, मंगना की है। ਜਦੋਂ ਤੁਸੀਂ ਮਹਾਰਾਜ ਦੀ ਬਾਣੀ ਪੜੋਗੇ, ਸਾਨੂੰ ਪਾਤਸ਼ਾਹ ਅਰਦਾਸ ਕਰਨੀ ਵੀ ਸਿਖਾਉਂਦੇ ਨੇ, ਮੰਗਣਾ ਕੀ ਹੈ ਉਹ ਵੀ ਦੱਸਦੇ ਨੇ, ਮੰਗਣਾ ਕਿਵੇਂ ਹੈ ਇਹ ਵੀ ਦੱਸਦੇ ਨੇ। ਸੰਸਾਰ ਵਿੱਚ ਰਹਿਣਾ, ਧਰਮ ਕਮਾਉਣਾ ਕਿਵੇਂ ਕਮਾਉਣਾ ਉਹ ਵੀ ਦੱਸਣਗੇ। ਇਹ ਵੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀ ਬਾਣੀ ਵਿੱਚ ਕਹਿਣਗੇ, ਭਾਈ ਧਰਮ ਦੇ ਮਾਰਗ ਉੱਤੇ ਤੂੰ ਤੁਰਨਾ ਹੈ, ਧਰਮ ਅਸਲ ਵਿੱਚ ਹੈ ਕੀ ਆ ਉਹ ਵੀ ਸਮਝ ਲੈ। सतगुरु कहा पदार्थ तो अगे वध, तेरी इच्छा पदार्थ तक नहीं होनी चाहिए। एक शब्द तुसी रोज आरती में सुनते हो, जदों शामां दी सोधा रहरास के पाठ तो बाद दरबार साहब तो कीर्तन शुरू हुंदा है, वो भगत साहिबानां दी बाणी है। ਉਹਦੇ ਵਿੱਚ ਦੁਨਿਆਵੀ ਸਭ ਲੋੜਾਂ ਦਾ ਵਰਣਨ ਕੀਤਾ ਗਿਆ ਕਿ ਮਨੁੱਖ ਦੀ ਇੱਕ ਲੋੜ ਹੈ, ਉਹਨੂੰ ਪੁੱਤਰ ਚਾਹੀਦੇ ਨੇ, ਪਦਾਰਥ ਚਾਹੀਦਾ, ਘਰ ਚਾਹੀਦਾ, ਬੱਚੇ, ਸੰਸਾਰ ਦੀਆਂ ਹੋਰ ਚੀਜ਼ਾਂ, ਇੱਥੋਂ ਤੱਕ ਖਾਣ ਵਾਸਤੇ ਭੋਜਨ, ਰਹਿਣ ਵਾਸਤੇ ਘਰ, ਪਹਿਨਣ ਵਾਸਤੇ ਕੱਪੜਾ ਤੇ ਸੌਣ ਵਾਸਤੇ ਉਹਨੂੰ ਚੰਗਾ ਬਿਸਤਰਾ ਮੰਜਾ ਵੀ ਚਾਹੀਦਾ। ਸਾਰਾ ਦਿਨ ਕਿਰਤ ਕਰਦਾ ਹੈ, ਉਹ ਆਰਾਮ ਵੀ 5, 7, 10 ਘੰਟੇ ਚੰਗੀ ਤਰ੍ਹਾਂ ਕਰੇ। ਸਾਰੀਆਂ ਲੋੜਾਂ ਦਾ ਵਰਣਨ ਕਰਨ ਤੋਂ ਬਾਅਦ ਇੱਕ ਵਿਸ਼ੇਸ਼ ਗੱਲ ਹਜ਼ੂਰ ਨੇ ਕਹੀ, ਮਨੁੱਖ ਉਸ ਗੱਲ ਨੂੰ ਭੁੱਲ ਜਾਂਦਾ ਹੈ, ਇਸ ਲਈ ਸਾਰੀ ਉਮਰ ਖੁਆਰ ਹੋਈਦਾ। ਉਹਦੇ ਵਿੱਚ ਸਾਹਿਬ ਨੇ ਮੰਗ ਕੀਤੀ ਕਿ ਦਾਲ ਸਿੱਧਾ ਮੰਗੋ ਘਿਓ, ਹਮਰਾ ਖੁਸ਼ੀ ਕਰੇ ਨਿਤ ਜੀਓ। ਕਹਿੰਦੇ ਮਹਾਰਾਜ ਮੇਰਾ ਚਿੱਤ ਨਾ ਖੁਸ਼ ਰਹਿਣਾ ਚਾਹੀਦਾ, ਮੈਨੂੰ ਦਾਲ ਸਿੱਧਾ ਭਾਵ ਰਾਸ਼ਨ ਆਟਾ ਸਭ ਕੁਝ ਚਾਹੀਦਾ। मैं रुखा प्रशादा नहीं छकना, दाल भी चाहिए है, कोई सुक्का सीधा समान चाहिए जिहदे नाल भोजन बने। दाल सीधा मांगो घिओ, जिन्हां नूं बाणी याद होवे नाल पढ़िओ, हाजरी लगेगी। दाल सीधा मांगो घिओ, हमरा खुशी करे नित जियो। पनिया शादन नीका, अनाज मांगो सत सीका। सत सीका दा अनाज का अर्थ है बिल्कुल जिहड़ा 7 हल वाह के चंगा उपजाऊ अनाज होवे, जिहड़ा पौष्टिकता वाला हो, जिहदे विच पौष्टिकता भरी हो। पर अज दा मनुख साध संगत इन्ना फॉर्मेलिटी विच पै गया और इन्ना तेज रफ्तार ये युग चलण लग पिया, बंदा भुल गया कि पौष्टिक भोजन किहड़ा है। हाँ, जदों डॉक्टर पाबंदी लादा फिर भावें शुरू करदा वे इन्ने बजे जूस, इन्ने बजे फ्रूट, इन्ने बजे सलाद। उस तो पहला साडा खाना सब अखाज खाज चल रहा है, जिहड़ा खाना साध संगत जी टाइम सिर जदों छकना वो आपां उल्ट सब कुछ कर लिया।
ਪਹਿਲੀ ਗੱਲ ਤੇ ਮਨੁੱਖ ਦਾ ਲਾਲਚ ਵੱਧ ਗਿਆ। ਇਹਨੇ ਸੱਤ ਸੀਕਾ ਅਨਾਜ ਦੀ ਮੰਗ ਕੀ ਕਰਨੀ ਹੈ। ਹਰ ਬੰਦਾ ਚਾਹੁੰਦਾ 3 ਫਸਲਾਂ ਸਾਲ ਵਿੱਚ ਕੱਢ ਲਾਂ, ਦਵਾਈਆਂ ਪਾ ਕੇ, ਰੋਹ ਪਾ ਕੇ, ਜ਼ਹਿਰੀਲੀਆਂ ਦਵਾਈਆਂ ਪਾ ਕੇ ਛੇਤੀ ਕਣਕ ਦਾ ਝਾੜ ਵਧਾਉਣਾ ਚਾਹੁੰਦਾ। ਤੁਹਾਡੇ ਕੋਲ 2 ਚੀਜ਼ਾਂ ਦਿਨ ਵਿੱਚ ਆਪਾਂ ਵੱਧ ਉਪਯੋਗ ਕਰਦੇ ਹਾਂ, ਦੁੱਧ ਤੇ ਕਣਕ ਦਾ ਆਟਾ, ਜਿਹੜਾ 3 ਵਕਤ ਰੋਟੀ ਖਾਂਦੇ। ਦੋਵਾਂ ਚੀਜ਼ਾਂ ਵਿੱਚ ਬੰਦੇ ਨੂੰ ਅੱਜ ਜ਼ਹਿਰ ਮਿਲ ਰਹੀ ਹੈ। ਇਹ ਮਨੁੱਖ ਦਾ ਲਾਲਚ ਹੀ ਇਹਨੂੰ ਰੋਗਾਂ ਵਿੱਚ ਡੋਬ ਰਿਹਾ। ਸੱਤ ਸੀਕਾ ਅਨਾਜ ਦਾ ਅਰਥ ਹੈ ਉਹ ਪੌਸ਼ਟਿਕਤਾ ਵਾਲਾ ਭੋਜਨ ਜਿਹੜਾ 7 ਵਾਰ ਹਲ ਵਾਹ ਕੇ ਉਗਾਇਆ ਹੋਵੇ। ਅਨਾਜ ਮੰਗੋ 7 ਸੀਕਾ, ਗਊ ਭੈਂਸ ਮੰਗੋ ਲਾਵੇਰੀ, ਇੱਕ ਤਾਜਨ ਤੁਰੀ ਚੰਗੇਰੀ। ਹੁਣ ਵੇਖਿਓ ਗ੍ਰਸਤ ਵੱਲ ਆ ਗਏ, ਕਹਿੰਦੇ ਘਰ ਕੀ ਗੀਹਨ ਚੰਗੀ, ਜਨ ਧੰਨਾ ਲੇਵੈ ਮੰਗੀ। हे परमात्मा वाहिगुरु, तेरी भगती लिए पहला मैनू आ भी लोड़ है। मेरे पदार्थ धन दौलत पदार्थ खाण दा भोजन रहन लई घर चाहिए, ते नाल ये जरूरी है मेरा परिवार चंगा होना चाहिए। गृहस्थी विच मेरी धर्म पत्नी भाव अकाल पुरख वाहिगुरु जिहदे नाल संजोग लिखिया है, वो भगती विच सहयोगी चंगी होवे, वो मैनू धर्म कमाउण वास्ते प्रेरे, वो मेरे धर्म में रुकावट ना पावे, वो भगती में कोई रुकावट खड़ी ना करे, ओदा भी सुभाव सही होना चाहिए। घर की गीहन चंगी, जन धन्ना लेवे मंगी। साध संगत जे गीहन चंगी होवे घर वाली तां तुसीं धर्म 1 गुणा नालों 4 गुणा वध कमा सकदे। एक सज्जण मैनूं मिले, गुरुद्वारा साहिब की बिल्डिंग बन रही सी, ਤਾਂ ਸਾਧ ਸੰਗਤ ਉਹਨਾਂ ਦੇ ਘਰ ਗਏ ਤਾਂ ਸਰਦਾਰ ਜੀ ਮਿਲੇ, ਬੜੇ ਪਿਆਰ ਵਾਲੇ ਨੇ, ਦੁਬਈ ਵਿੱਚ ਉਹਨਾਂ ਦਾ ਚੰਗਾ ਕਾਰੋਬਾਰ ਹੈ। ਉਹਨਾਂ ਨੂੰ ਦੱਸਿਆ ਜੀ ਆ ਬਿਲਡਿੰਗ ਇਸ ਤਰ੍ਹਾਂ ਮਹਾਰਾਜ ਦੇ ਘਰ ਦਾ ਸਥਾਨ ਨਵਾਂ ਬਣਾ ਰਹੇ, ਬਿਲਡਿੰਗ ਤਿਆਰ ਹੋ ਰਹੀ ਹੈ। ਤਾਂ ਉਹ ਕਹਿੰਦੇ ਕੋਈ ਗੱਲ ਨਹੀਂ, ਸੇਵਾ ਲਾਓ। ਅਸੀਂ ਕਿਹਾ ਜੀ ਕੋਈ ਪਾਬੰਦੀ ਨਹੀਂ ਹੈ, ਤੁਸੀਂ ਸੇਵਾ ਜਿਵੇਂ ਕਰ ਸਕਦੇ ਹੋ। ਕੋਈ ਬੰਦਾ ਲੱਖ ਰੁਪਈਆ ਵੀ ਦੇ ਰਿਹਾ, कोई 50,000 भी दे रहा है, कोई 500 रुपया भी दे रहा है, ये कोई पाबंदी नहीं है। तुसी आपो अपने कारोबार के हिसाब नाल। तो सरदार जी कहते जी मेरे वालों 1.5 लाख रुपया लिख लो। सारे ने खुशी मनाई, भी बंदे ने हौसला किया है, 1.5 लाख रुपया उन्हें कह दिता मेरे वालों लिख लो। इन्ने नूं साध संगत बंदे बैठे हैं तो घर वाली जल पानी लैके आ गई, वो भी सरदारनी आके कोल बह गई, तो उन्हें जल पानी कोल रख के वो भी सुन लग पे, कहनी जी किवें आए ने, इन्ने सारे गुरसिखां ने चरण पाए, वड्डे भाग दसो किवें आए हो। वो सरदार जी कहने जी गुरुद्वारा साहब की बिल्डिंग बनाउण लगे आ ते मैं इन्हां नूं सेवा 1.5 लाख कहती है, ठीक है। वो कहनी बिल्कुल गलत है। ਅਸੀਂ ਉਹਦੇ ਵੱਲ ਵੇਖਣ ਲੱਗ ਪਏ ਵੀ ਸ਼ਾਇਦ ਹੁਣੇ ਗੁੱਸੇ ਹੋਏਗੀ, ਵੇ ਘਟਾ ਦਿੱਤੇ ਜਾਣਗੇ। ਕਹਿੰਦੀ ਇਹ ਤੁਸੀਂ ਕੀ ਕੀਤਾ? ਤਾਂ ਅਸੀਂ ਵੀ ਉਹਦੇ ਵੱਲ ਵੇਖੇ, ਪਰ ਵੇਖੋ ਸਾਧ ਸੰਗਤ ਉਹ ਬੀਬੀ ਉਸੇ ਵਕਤ ਬੋਲੀ, ਕਹਿੰਦੀ ਜੀ 1.5 ਲੱਖ ਤਾਂ ਬਹੁਤ ਘੱਟ ਹੈ, ਲੱਖ ਰੁਪਈਆ ਮੇਰੇ ਵੱਲੋਂ ਵੀ ਪਾਓ, 2.5 ਲੱਖ ਕਰ ਦਿਓ। ਜਦੋਂ ਨਾਲ ਦਾ ਕੋਈ ਸਾਥੀ ਚੰਗਾ ਹੋਵੇ, ਧਰਮ ਕਮਾਉਣ ਵਿੱਚ ਉਮਾਹ ਪੈਦਾ ਹੁੰਦਾ ਹੈ, ਸੇਵਾ ਕਰਨ ਵਿੱਚ ਉਮਾਹ ਪੈਦਾ ਹੁੰਦਾ ਹੈ। ਸਾਧ ਸੰਗਤ ਇੱਕ ਜੀ ਕਮਜ਼ੋਰ ਪੈ ਜਾਏ, ਆਲਸੀ ਹੋ ਜਾਏ, ਤੁਸੀਂ ਨਿਤਨੇਮ ਵੀ ਨਹੀਂ ਕਰ ਸਕਦੇ। ਤੁਹਾਡਾ ਹਰ ਰੋਜ਼ ਦਾ ਨਿਤਨੇਮ ਪੱਕਾ ਹੋਏ ਨਹੀਂ ਸਕਦਾ ਜੇ ਨਾਲ ਦਾ ਸਾਥੀ ਕਮਜ਼ੋਰ ਪੈ ਜਾਏ। ਇਸ ਲਈ ਧਰਮ ਕਮਾਉਣ ਵਿੱਚ ਇਹ ਵੀ ਮੰਗਿਆ ਗਿਆ ਕਿ ਘਰ ਕੀ ਗੀਹਨ ਚੰਗੀ, ਜਨ ਧੰਨਾ ਲੇਵੇ ਮੰਗੀ। ਇਹਨਾਂ ਸ਼ਬਦਾਂ ਵਿੱਚ ਇੱਕ ਸ਼ਬਦ ਕੀਰਤਨੀਏ ਫਿਰ ਭਗਤ ਕਬੀਰ ਸਾਹਿਬ ਦਾ ਪੜ੍ਹਦੇ। ਇਹ ਸ਼ਬਦ ਭਗਤ ਧੰਨਾ ਸਾਹਿਬ ਜੀ ਦਾ। ਉਹਨਾਂ ਰੱਬ ਕੋਲੋਂ ਮੰਗਿਆ, ਕਹਿੰਦੇ 2 ਸਿਰ ਮੰਗੋ ਚੂਨਾ, ਪਾਓ ਘਿਓ ਸੰਗ ਲੂਨਾ। ਮੈਨੂੰ ਆਟਾ ਦਾਲ ਘਿਓ ਵੀ ਚਾਹੀਦਾ, पाओ क्यों संग लूना। अद सिर मांगो दाले, मोको दोनों वक्त जिवाले। पढ़ो खाट मांगो चौपाई, सिरहाना अवरत। आराम कर ले तलाई, सराहने कर ले, सब कुछ मंगे तो बड़ी हुण होर की गल है। आही परिवार दीयां लोड़ां ने साडीआं। सिरहाना वरत लाई, ऊपर को मांगो किंता। तेरी भगत करे जन चिंता। सब कुछ मंगण तो बाद आ कीमती चीज है जिहड़ी असीं निता प्रति भुल जाने। वो की मंगया? कहने सब कुछ मंग के रब नूं कहा मैं लालच नहीं कर रहा, ये मेरी लोड़ है महाराज,
ਇਹ ਮੇਰੇ ਘਰ ਪਰਿਵਾਰ ਦੀ ਰੋਜ਼ ਦੀ ਲੋੜ ਹੈ, ਇਹ ਮੇਰਾ ਲਾਲਚ ਨਹੀਂ ਹੈ, ਇਹ ਲੋਭ ਨਹੀਂ ਹੈ। ਹਾਂ, ਇੱਕ ਚੀਜ਼ ਮੇਰੇ ਤੇ ਕਿਰਪਾ ਬਖਸ਼ਿਸ਼ ਕਰੋ, ਮੈਂ ਨਾਹੀਂ ਕੀਤਾ ਲੱਭੋ, ਇੱਕ ਨਾਮ ਤੇਰਾ ਮੈਂ ਫੱਬੋ। ਮੈਨੂੰ ਤਲਾਈ ਰਜਾਈ ਸਰਾਣਾ ਚਾਹੀਦਾ, ਭੋਜਨ ਪਦਾਰਥ ਚਾਹੀਦੇ ਨੇ, ਸਭ ਕੁਝ ਉਹਦੇ ਵਿੱਚ ਹੁੰਦਿਆਂ ਤੇਰਾ ਨਾਮ ਮੈਨੂੰ ਚੰਗਾ ਲੱਗੇ। ਆਖੋ ਸਤਿਨਾਮ ਸ੍ਰੀ, ਤੇਰਾ ਨਾਮ ਮੈਨੂੰ ਚੰਗਾ ਲੱਗੇ। ਮਹਾਰਾਜ ਉਹਨਾਂ ਤਲਾਈਆਂ ਰਜਾਈਆਂ ਸੌਣ ਲੱਗਿਆ ਵਾਹਿਗੁਰੂ ਚਿੱਤੇ ਆਵੇ। ਉਹ ਦਾਲ ਵਿੱਚ ਘਿਓ ਪਾ ਕੇ 36 ਪ੍ਰਕਾਰ ਦੇ ਭੋਜਨ ਖਾਣ ਲੱਗਿਆ ਵਾਹਿਗੁਰੂ ਚਿੱਤੇ ਆਵੇ। ਇਹ ਭਗਤੀ ਦਾ ਮਾਰਗ ਹੈ। ਗ੍ਰਸਥ ਵਿੱਚ ਰਹਿੰਦਿਆਂ ਰੱਬ ਤੱਕ ਕਿਵੇਂ ਪਹੁੰਚਣਾ ਹੈ, ਸੰਸਾਰ ਵਿੱਚ ਰਹਿੰਦਿਆਂ ਨਿਰੰਕਾਰ ਕਿਵੇਂ ਪਾਉਣਾ ਹੈ, ਇਹ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀ ਬਾਣੀ ਨੇ ਸਰਲ ਰੂਪ ਵਿੱਚ ਕਿਹਾ। ਸ੍ਰੀ ਗੁਰੂ ਅੰਗਦ ਦੇਵ ਮਹਾਰਾਜ ਦਾ ਇੱਕ ਸ਼ਲੋਕ ਹੈ, ਉੱਥੇ ਸਾਹਿਬ ਨੇ ਬਚਨ ਕਿਹਾ, ਭਾਈ ਰੱਬ ਨੂੰ ਸੁੱਖ ਵੇਲੇ ਚੇਤੇ ਰੱਖਿਆ ਕਰ, ਇਹ ਭਗਤੀ ਹੈ। ਦੁੱਖ ਵੇਲੇ ਵਾਹਿਗੁਰੂ ਕਹਿਣਾ ਭਗਤੀ ਨਹੀਂ ਹੈ, ਉਹ ਤਾਂ ਮਜਬੂਰੀ ਹੈ। ਸੁੱਖ ਵੇਲੇ ਸੁਖਮਣੀ ਸਾਹਿਬ ਕਰਨਾ ਭਗਤੀ ਹੈ, ਦੁੱਖ ਵੇਲੇ ਸੁਖਮਣੀ ਦਾ ਪਾਠ ਕਰਨਾ ਭਗਤੀ ਨਹੀਂ, ਉਹ ਤਾਂ ਲੋੜ ਵਾਸਤੇ ਕਰ ਰਹੇ ਹੋ। ਜਿਹਨੂੰ ਸਾਹਿਬ ਨੇ ਬਾਣੀ ਅੰਦਰ ਬਚਨ ਕਿਹਾ ਕਿ ਕਬੀਰ ਕਾਮ ਪਰੈ ਹਰ ਸਿਮਰੀਐ, ਐਸਾ ਸਿਮਰੋ ਨਿੱਧ। ਅੱਜ ਤੈਨੂੰ ਕੰਮ ਪਿਆ ਤੂੰ ਪਾਠ ਕਰਨ ਲੱਗ ਪਿਆ, ਇਹ ਭਗਤੀ ਥੋੜੀ ਹੈ। ਜਾਂ ਤਾਂ ਨਿੱਤ ਇਸ ਤਰ੍ਹਾਂ ਕਰ ਭਾਈ। ਅਮਰਾਪੁਰ ਵਾਸਾ ਕਰੋ ਹਰ ਗਿਆ ਬਹੋਰੈ ਬਿੱਤ, ਫਿਰ ਤੂੰ ਮੁਕਤ ਹੋ ਜਾਏਗਾ। ਤੇਰੇ ਕੋਲ ਵਿੱਤ ਦਾ ਅਰਥ ਹੈ ਨਾਮ ਦਾ ਧਨ ਇਕੱਠਾ ਹੋ ਜਾਏਗਾ। ਵਿੱਤ ਕਹਿੰਦੇ ਨੇ ਧਨ ਨੂੰ, ਤਾਈਓ ਜਿਹੜਾ ਖਜ਼ਾਨਾ ਮੰਤਰੀ ਹੋਏ ਉਹਨੂੰ ਵਿੱਤ ਮੰਤਰੀ ਕਹਿੰਦੇ। ਸਾਹਿਬ ਨੇ ਬਾਣੀ ਅੰਦਰ ਕਿਹਾ, ਭਾਈ ਤੂੰ ਦੁੱਖ ਵੇਲੇ ਨਾ ਉਹਨੂੰ ਚੇਤੇ ਕਰ। ਦੁੱਖ ਵੇਲੇ ਤਾਂ ਤੇਰੀ ਲੋੜ ਹੈ, ਉਹ ਤਾਂ ਤੇਰੀ ਮਜਬੂਰੀ ਹੈ। ਜਿਹੜਾ ਬੰਦਾ ਕਦੇ ਗੁਰਦੁਆਰੇ ਨਹੀਂ ਆਇਆ, ਦੁੱਖ ਵੇਲੇ ਉਹ ਵੀ ਆਉਣ ਲੱਗ ਪੈਂਦਾ। ਜਿਹਨੇ ਕਦੇ ਸੁਖਮਣੀ ਦਾ ਪਾਠ ਨਹੀਂ ਕੀਤਾ, ਦੁੱਖ ਵੇਲੇ ਉਹ ਵੀ ਸੁਖਮਣੀ ਕਰਨ ਲੱਗ ਪੈਂਦਾ। ਔਰ ਬਾਅਦ ਵਿੱਚ ਤੰਦਰੁਸਤ ਹੋਣ ਤੋਂ ਬਾਅਦ ਵੇਖੋ ਫਿਰ ਗੁਟਕਿਆਂ ਤੇ ਮਿੱਟੀ ਜੰਮ ਪੈਂਦੀ, ਫਿਰ ਨਹੀਂ ਪੜਦੇ ਉਹਨੂੰ ਖੋਲ। ਸਾਹਿਬ ਨੇ ਕਿਹਾ, ਭਗਤੀ ਹੈ ਜੇ ਸੁਖ ਵੇਲੇ ਵਾਹਿਗੁਰੂ ਚੇਤੇ ਆਵੇ। ਇਹ ਭਗਤੀ ਹੈ ਜੇ ਸੁਖ ਵੇਲੇ ਸੇਵਾ ਕਰੇ। ਇਹੀ ਤਰੀਕਾ, ਇਹੀ ਟੈਕਨੀਕ, ਇਹੀਓ ਢੰਗ, ਇਹੀ ਰਸਤਾ ਤੈਨੂੰ ਰੱਬ ਤੱਕ ਲੈ ਜਾਏਗਾ। ਇਸ ਤੋਂ ਇਲਾਵਾ ਹੋਰ ਮੁਕਤੀ ਦਾ ਕੋਈ ਰਸਤਾ ਨਹੀਂ। ਜਾਂ ਸੁਖ ਵੇਲੇ ਉਹਨੂੰ ਚੇਤੇ ਰੱਖਿਆ ਕਰ, ਦੁੱਖ ਵੇਲੇ ਉਹ ਤੇਰੇ ਨਾਲ ਰਹੇਗਾ, ਹਰ ਵਕਤ ਤੇਰੇ ਨਾਲ ਰਹੇਗਾ। ਸਾਹਿਬ ਨੇ ਬਚਨ ਕਹੇ, ਸ਼ਲੋਕ ਮਹਲਾ ਦੂਜਾ, ਸ੍ਰੀ ਗੁਰੂ ਅੰਗਦ ਦੇਵ ਮਹਾਰਾਜ। ਜਾ ਸੁਖ ਤਾਂ ਸ਼ੌਰਾਵਿਓ, ਦੁੱਖ ਪੀ ਸੰਭਾਲੇ ਓਏ। ਭਾਈ ਜਦੋਂ ਸੁੱਖ ਹੈ ਉਦੋਂ ਉਹਨੂੰ ਰਾਵ ਚੇਤੇ ਕਰ, ਦੁੱਖ ਵੇਲੇ ਉਹ ਤੇਰੀ ਸੰਭਾਲ ਕਰੇਗਾ, ਉਹਦੀ ਗਰੰਟੀ ਹੈ। ਜਾ ਸੁਖ ਤਾਂ ਸ਼ੌਰਾਵਿਓ, ਦੁੱਖ ਪੀ ਸੰਭਾਲੇ ਓਏ। ਨਾਨਕ ਕਹਿ ਸਿਆਣੀ ਐ, ਬਕੰਤ ਮਿਲਾਵਾ ਹੋਏ। ਇਹੀ ਰੱਬ ਨੂੰ ਮਿਲਣ ਦਾ ਤਰੀਕਾ, ਹੋਰ ਕੋਈ ਤਰੀਕਾ ਨਹੀਂ ਹੈ। ਸੁੱਖ ਵੇਲੇ ਯਾਦ ਕਰੋ। ਤੁਸੀਂ ਰੋਜ਼ ਸੁਖਮਣੀ ਪੜ੍ਹਦੇ ਹੋ, ਭੈਣਾਂ ਨੇ ਸੁਖਮਣੀ ਸਾਹਿਬ ਸੁਸਾਇਟੀਆਂ ਬਣਾਈਆਂ ਨੇ, ਉਹਦੇ ਵਿੱਚ ਇੱਕ ਅਸ਼ਟਪਦੀ ਆਉਂਦੀ ਹੈ, ਜਿਹਦੇ ਵਿੱਚ ਸਾਹਿਬ ਨੇ ਜਾਗਣ ਤੋਂ ਲੈ ਕੇ ਸੌਣ ਤੱਕ ਜੋ ਕੁਝ ਕਰਦੇ ਹੋ ਨਾਲ ਨਾਲ ਕਿਹਾ ਜਪ, ਨਾਲ ਨਾਲ ਕਿਹਾ ਉਹਨੂੰ ਚੇਤੇ ਕਰ। ਜੇ ਪ੍ਰਸਾਦ ਛੱਤੀ ਅੰਮ੍ਰਿਤ ਖਾਹੇ, ਤਿਸ ਠਾਕੁਰ ਕੋ, ਪੜੋ ਗੱਜ ਕੇ, ਤਿਸ ਠਾਕੁਰ ਕੋ। ਜੇ ਪ੍ਰਸਾਦ ਸੁਗੰਧਤ ਤਨ ਲਾਵੇ, ਤਿਸ ਕੋ ਸਿਮਰਤ ਪਰਮ ਗਤ ਪਾਵੇ। ਜੇ ਪ੍ਰਸਾਦ ਵਸੈ ਸੁਖ ਮੰਦਰ, ਤਿਸੈ ਤੇ ਆਏ ਸਦਾ ਮਨ। ਜੇ ਪ੍ਰਸਾਦ ਗ੍ਰਹਿ ਸੰਗ ਸੁਖ ਵਸਨਾ, ਆਠ ਪਹਿਰ ਸਿਮਰੋ ਤਿਸ। ਕਹਿੰਦੇ ਭਾਈ ਉਹਨੂੰ ਜਪ, ਇਹੀ ਭਗਤੀ ਹੈ। ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀ ਬਾਣੀ ਨੇ ਸਰਲ ਕੀਤਾ ਧਰਮ ਲੋਕਾਂ ਨੇ। ਜਿਹੜਾ ਪੜ੍ਹਨਾ ਬਹੁਤ ਔਖਾ ਸੀ, ਸੰਸਕ੍ਰਿਤੀ ਸੰਸਕ੍ਰਿਤ ਦੇ ਅੰਦਰ ਗ੍ਰੰਥ ਰਚੇ ਸਨ, ਆਮ ਬੰਦੇ ਦੀ ਪਹੁੰਚ ਤੋਂ ਬਾਹਰ ਸੀ, ਉਹ ਫਿਰ ਸਾਧ ਸੰਗਤ ਖੱਟ ਕਰਮ ਸਿਰਫ ਪੰਡਤਾਂ ਨੂੰ ਦੇ ਦਿੱਤੇ ਗਏ। ਬ੍ਰਾਹਮਣ ਵਿਦਿਆ ਪੜ੍ਹੇਗਾ, ਪੜ੍ਹਾਏਗਾ, ਜਗ ਕਰੇਗਾ, ਜਗ ਕਰਾਏਗਾ। ਇਹ 6 ਖੱਟ ਕਰਮ ਬ੍ਰਾਹਮਣ ਦੇ ਹੋਣਗੇ, ਆਮ ਬੰਦਾ ਪੜ੍ਹ ਹੀ ਨਹੀਂ ਸਕਦਾ। ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀ ਬਾਣੀ ਨੇ ਧਰਮ ਸਰਲ ਕਰ ਦਿੱਤਾ, ਉਪਦੇਸ਼ ਬਹੁਤ ਸੌਖਾ ਕਰ ਦਿੱਤਾ। ਔਰ ਸਾਧ ਸੰਗਤ ਕਮਾਲ ਦੀ ਗੱਲ, ਇਹ ਬਾਣੀ ਫਿਰ ਕਿਸੇ ਸਰੀਰ ਦੀ ਬਾਣੀ ਨਹੀਂ ਹੈ। ਇਹਨੂੰ ਹੁਣ ਧਿਆਨ ਨਾਲ ਸੁਣਿਓ। ਗੁਰੂ ਗ੍ਰੰਥ ਸਾਹਿਬ ਦੀ ਬਾਣੀ ਕਿਸੇ ਸਰੀਰ ਦੀ ਬਾਣੀ ਨਹੀਂ। ਦੁਨੀਆ ਵਿੱਚ ਜਿੰਨੇ ਗ੍ਰੰਥ ਨੇ ਸਤਿਕਾਰਯੋਗ ਨੇ, ਸਨਮਾਨਯੋਗ ਨੇ। ਕਿਸੇ ਗ੍ਰੰਥ ਦੀ ਕੋਈ ਨਰਾਦਰੀ ਨਹੀਂ, ਨਾ ਕਰਨੀ ਚਾਹੀਦੀ।
ਸਿੱਖ ਨੂੰ ਕਦੇ ਵੀ ਨਹੀਂ ਗੁਰੂ ਨੇ ਸਿਖਾਇਆ ਭਾਈ ਕਿਸੇ ਦੇ ਗ੍ਰੰਥ ਦੀ ਧਰਮ ਦੀ ਨਰਾਦਰੀ ਕਰ, ਕਦੇ ਵੀ ਨਹੀਂ ਸਿੱਖ ਕਰੇਗਾ। ਤੁਹਾਡਾ ਤਜਰਬਾ ਰਹਿਣਾ, ਅੱਜ ਤੱਕ ਦੀ ਹਿਸਟਰੀ ਫਰੋਲ ਕੇ ਵੇਖ ਲਓ, ਸੈਂਕੜੇ ਬਾਹਰ ਈਰਖਾ ਕਰਨ ਵਾਲਿਆਂ ਨੇ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਕਰਨ ਦੀ ਕੋਸ਼ਿਸ਼ ਕੀਤੀ ਹੈ, ਬਾਣੀ ਦੇ ਅੰਗ ਪਾੜੇ ਨੇ, ਪਰ ਬਦਲੇ ਵਿੱਚ ਮਾਫ ਕਰਿਓ ਇੱਕ ਵੀ ਕਿਸੇ ਥਾਣੇ ਵਿੱਚ FRI ਦਰਜ ਨਹੀਂ ਜਿੱਥੇ ਸਿੱਖ ਨੇ ਗੁੱਸੇ ਵਿੱਚ ਆ ਕੇ ਕਿਸੇ ਦੇ ਧਰਮਿਕ ਗ੍ਰੰਥ ਦੀ ਤੋਹੀਨ ਕੀਤੀ ਹੋਵੇ, ਕਿਸੇ ਦੇ ਧਾਰਮਿਕ ਗ੍ਰੰਥ ਦੀ ਤੋਹੀਨ ਕੀਤੀ ਹੋਵੇ। ਨਹੀਂ, ਹਾਂ ਤੋਹੀਨ ਕਰਨ ਵਾਲਿਆਂ ਨੂੰ ਸੋਧਾ ਲਾਇਆ, ਉਹ ਅਲੱਗ ਕੇਸ ਚੱਲਦੇ ਨੇ, ਉਹਨਾਂ ਦੇ ਅਲੱਗ ਪਰਚੇ ਨੇ, ਪਰ ਗੁੱਸੇ ਵਿੱਚ ਕਿਸੇ ਦੇ ਧਰਮ ਦੀ ਨਰਾਦਰੀ ਨਹੀਂ, ਕਿਸੇ ਦੇ ਧਾਰਮਿਕ ਗ੍ਰੰਥ ਦੀ ਨਰਾਦਰੀ ਨਹੀਂ। ਪਤਾ ਕਿਉਂ? ਸਿੱਖ ਨੂੰ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਦਾ ਉਪਦੇਸ਼ ਯਾਦ ਹੈ ਕਿ ਵੇਦ ਕਤੇਬ ਕਹੋ ਮਤ ਝੂਠੇ, ਝੂਠਾ ਜੋ ਨਾ ਵਿਚਾਰੈ, ਕਿਸੇ ਧਰਮ ਦਾ ਕੋਈ ਗ੍ਰੰਥ ਝੂਠਾ ਗਲਤ ਨਹੀਂ। ਭਾਈ ਝੂਠਾ ਉਹ ਹੈ ਜਿਹੜਾ ਵਿਚਾਰ ਨਹੀਂ ਕਰਦਾ। ਦੁਨੀਆ ਵਿੱਚ ਜਿੰਨੇ ਧਰਮਾਂ ਦੇ ਧਾਰਮਿਕ ਗ੍ਰੰਥ ਨੇ ਸਤਿਕਾਰਯੋਗ, ਸਨਮਾਨਯੋਗ, ਪੂਜਣਯੋਗ ਨੇ, ਸਾਧ ਸੰਗਤ ਗੁਰੂ ਗ੍ਰੰਥ ਸਾਹਿਬ ਉਹਨਾਂ ਨਾਲੋਂ ਵੱਡਾ ਸਭ ਤੋਂ ਉੱਤਮ ਗ੍ਰੰਥ ਕਿਉਂ ਹੈ? ਕਿਉਂਕਿ ਜਿੰਨੇ ਗ੍ਰੰਥ ਪੜੋਗੇ ਤੁਹਾਨੂੰ ਹੁਣ ਪੰਜਾਬੀ ਵਿੱਚ ਤਰਜਮਾ ਰਾਮਾਇਣ ਦਾ ਵੀ ਮਿਲ ਜਾਣਾ, ਮਹਾਭਾਰਤ ਦਾ ਵੀ ਮਿਲ ਜਾਣਾ, ਵੇਦਾਂ ਦਾ ਵੀ ਮਿਲ ਜਾਂਦਾ, ਕੁਰਾਨ ਸ਼ਰੀਫ ਦਾ ਵੀ ਮਿਲ ਜਾਂਦਾ। ਜਿੰਨੇ ਧਾਰਮਿਕ ਗ੍ਰੰਥ ਨੇ ਉਹਦੇ ਵਿੱਚ ਰੱਬ ਦੀਆਂ ਗੱਲਾਂ ਨੇ, ਰੱਬ ਦੀਆਂ ਬਾਤਾਂ ਨੇ, ਰੱਬ ਬਾਰੇ ਕਥਾ ਕਹਾਣੀਆਂ ਨੇ, ਪਰ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਵਿੱਚ ਕੱਲੀਆਂ ਰੱਬ ਦੀਆਂ ਗੱਲਾਂ ਨਹੀਂ, ਰੱਬ ਦੀਆਂ ਬਾਤਾਂ ਨਹੀਂ। ਗੁਰੂ ਗ੍ਰੰਥ ਸਾਹਿਬ ਦੀ ਬਾਣੀ ਵਿੱਚ ਕੱਲੀਆਂ ਰੱਬ ਦੀਆਂ ਕਥਾ ਕਹਾਣੀਆਂ, ਰੱਬ ਦੀਆਂ ਬਾਤਾਂ ਨਹੀਂ। ਕਿਸੇ ਨੂੰ ਬਾਣੀ ਪੜ੍ਹਨੀ ਆ ਜਾਏ, ਗੁਰੂ ਗ੍ਰੰਥ ਸਾਹਿਬ ਦੀ ਬਾਣੀ ਰੱਬ ਨਾਲ ਗੱਲਾਂ ਕਰਾਉਂਦੀ, ਰੱਬ ਦੀਆਂ ਨਹੀਂ। ਤੁਹਾਨੂੰ ਬਾਣੀ ਪੜ੍ਹਨੀ ਆ ਜਾਏ, ਤੁਹਾਨੂੰ ਰੱਬ ਨਾਲ ਗੱਲਾਂ ਕਰਾਉਂਦੀ ਹੈ। ਹੁਣੇ ਤੁਹਾਡੀ ਗੱਲ ਹੋ ਜਾਏਗੀ ਕਿਵੇਂ ਗੋਦ ਵਿੱਚ ਬਹਿ ਕੇ ਜਦੋਂ ਸਹਿਜ ਪਾਠ ਪੜੋਗੇ ਤਾਂ ਸਿੱਧਾ ਤੁਸੀਂ ਰੱਬ ਨਾਲ ਲਾਈਵ ਹੋ ਜਾਓਗੇ। ਜਦੋਂ ਕਹੋਗੇ ਤੂੰ ਮੇਰਾ ਪਿਤਾ, ਤੂੰ ਹੈ ਮੇਰਾ ਮਾਤਾ, ਤੂੰ ਮੇਰਾ ਬੰਧਪ, ਕਿਹਨੂੰ ਕਹਿ ਰਹੇ ਹੋ ਜੀ? ਸਿੱਧਾ ਹੀ ਰੱਬ ਨੂੰ, ਸਿੱਧਾ ਹੀ ਇੱਕ ਅਕਾਲ ਪੁਰਖ ਨੂੰ, ਸਿੱਧਾ ਰੱਬ ਨੂੰ ਕਹਿਣਾ ਰਾਖ ਪਿਤਾ ਪ੍ਰਭ ਮੇਰੇ, ਮੋਹਿ ਨਿਰਗੁਣ ਸਭ ਗੁਣ, ਪੰਚ ਵੇਖਾਦੀ ਏਕ ਗਰੀਬਾ, ਰਾਖੋ ਰਾਖਣ ਹਾਰੇ, ਖੇਦ ਕਰ ਅਰ ਬਹੁਤ ਸੰਤਾਪ, ਆਇਓ ਸ਼ਰਨ ਤੁਹਾਰੇ। ਸਿੱਧੀ ਰੱਬ ਨਾਲ ਗੱਲ। ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਸਿੱਧੀ ਰੱਬ ਨਾਲ ਗੱਲਾਂ ਕਰਾਉਂਦੀ। ਫਿਰ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਕਿਸੇ ਸਰੀਰ ਦੀ ਬਾਣੀ ਨਹੀਂ। ਇਹ ਬਾਣੀ ਕੀ ਹੈ? ਤੁਰ ਕੀ ਬਾਣੀ ਆਈ, ਤਿਨ ਸਗਲੀ ਚਿੰਤ ਮਿਟਾਈ। ਸ਼੍ਰੀ ਗੁਰੂ ਨਾਨਕ ਸਾਹਿਬ ਮਹਾਰਾਜ ਸੈਦਪੁਰ ਦੀ ਧਰਤੀ ਜਿਹਨੂੰ ਐਮਨਾਬਾਦ ਕਹਿੰਦੇ ਨੇ, ਉੱਥੇ ਮਹਾਰਾਜ ਜੀ ਨੇ ਇੱਕ ਸ਼ਬਦ ਉਚਾਰਨ ਕੀਤਾ ਔਰ ਉੱਥੇ ਪਾਤਸ਼ਾਹ ਨੇ 3 ਦਿਨ ਪਹਿਲਾਂ ਭਾਈ ਲਾਲੋ ਨੂੰ ਕਹਿ ਦਿੱਤਾ, ਭਾਈ ਲਾਲੋ ਤੇਰੇ ਸ਼ਹਿਰ ਦਾ ਬਹੁਤ ਬੁਰਾ ਹਾਲ ਹੋਣਾ। ਮਹਾਰਾਜ ਕੀ ਹੋਣਾ? ਕਹਿੰਦੇ ਸੈਦਪੁਰ ਲੁੱਟਿਆ ਜਾਣਾ ਹੈ, ਸੈਦਪੁਰ ਵਿੱਚ ਵੱਢ ਟੁੱਕ ਹੋਣੀ ਹੈ, ਸੈਦਪੁਰ ਵਿੱਚ ਰੋਟੀ ਮੰਗਿਆਂ ਲੋਕਾਂ ਨੂੰ ਮਿਲਣੀ ਨਹੀਂ। ਇੱਥੇ ਵੱਡੇ ਵੱਡੇ ਰਾਜਿਆਂ ਦੇ ਪੁੱਤਰ ਰਾਜਕੁਮਾਰ ਰੋਟੀ ਲਈ ਤਰਸਣਗੇ, ਇੱਥੇ ਰਾਣੀਆਂ ਦੇ ਗਲਾਂ ਦੇ ਮੋਤੀਆਂ ਦੇ ਹਾਰ ਟੁੱਟ ਜਾਣਗੇ, ਇੱਥੇ ਬੇਪਤੀ ਹੋਣੀ ਹੈ, ਤੇਰੇ ਸ਼ਹਿਰ ਵਿੱਚ ਬੜਾ ਵੱਡਾ ਕਤਲੇਆਮ ਹੋਣਾ ਹੈ। ਭਾਈ ਲਾਲੋ ਕਹਿੰਦਾ ਮਹਾਰਾਜ ਇਹ ਤੁਸੀਂ ਕੀ ਕਹਿ ਰਹੇ ਹੋ? ਸਤਿਗੁਰਾਂ ਕਿਹਾ ਲਾਲੋ ਮੈਂ ਨਹੀਂ ਕਹਿ ਰਿਹਾ। ਮਹਾਰਾਜ ਤੁਸੀਂ ਤੇ ਕਹਿ ਰਹੇ ਹੋ ਹੁਣੇ। ਕਹਿਣਗੇ ਨਹੀਂ ਲਾਲੋ ਇਹੀਓ ਤੇ ਭੁਲੇਖਾ ਦੁਨੀਆ ਨੂੰ, ਇਹੀਓ ਭੁਲੇਖਾ ਕਈਆਂ ਨੂੰ ਰਹਿਣਾ। ਲਾਲੋ ਮੈਂ ਨਹੀਂ ਕਹਿ ਰਿਹਾ, ਇਹ ਜਿਸ ਤਰ੍ਹਾਂ ਮੈਨੂੰ ਖਸਮ ਕਹਿ ਰਿਹਾ ਮੈਂ ਉਹ ਕਹਿ ਰਿਹਾ। ਖਸਮ ਭਾਵ ਅਕਾਲ ਪੁਰਖ ਦੇ ਕਰੋ, ਜੋ ਮੈਨੂੰ ਨਜ਼ਰ ਆ ਰਿਹਾ ਹੈ, ਜੋ ਮੈਨੂੰ ਅਕਾਲ ਪੁਰਖ ਕਹਿ ਰਿਹਾ ਹੈ, ਮੈਂ ਤੇ ਤੁਹਾਨੂੰ ਉਹ ਦੱਸ ਰਿਹਾ। ਆ ਕੁਝ ਹੋਣਾ ਤਾਈਓ ਸਾਹਿਬ ਨੇ ਫਿਰ ਬਚਨ ਕਿਹਾ, ਜੈਸੀ ਮੈਂ ਆਵੇ ਖਸਮ ਕੀ ਬਾਣੀ ਤੈਸਰਾ ਕਰੀ ਗਿਆਨ। ਵੇ ਲਾਲੋ ਮੈਂ ਥੋੜੀ ਕਹਿ ਰਿਹਾ, ਲਾਲੋ ਉਹ ਤੇ ਖਸਮ ਕਹਿ ਰਿਹਾ। ਇਹ ਤਾਂ ਨਿਰੰਕਾਰ ਦੀ ਬਾਣੀ ਹੈ। ਵਾਹ ਵਾਹ ਬਾਣੀ ਨਿਰੰਕਾਰ ਹੈ, ਤਿਸ ਜੀਵਨ ਅਵਰ ਨਾ ਕੋਏ। ਤੇ ਸਾਹਿਬ ਨੇ ਕਿਹਾ ਜੈਸੀ ਮੈਂ ਆਵੇ ਖਸਮ ਕੀ ਬਾਣੀ ਪੜੋ ਤੈਸੜਾ ਕਰੀ ਗਿਆਨ। ਵੇ ਲਾਲੋ ਪਾਪ ਕੀ ਜੰਜ ਲੈ ਕਾਬਲੋਂ ਧਾਇਆ, ਜੋਰੀ ਮੰਗੇ ਦਾਨ। ਵੇ ਲਾਲੋ ਸ਼ਰਮ ਧਰਮ ਦੋਏ ਛਪ ਖਲੋਏ, ਕੂੜ ਫਿਰੇ ਪ੍ਰਧਾਨ। ਵੇ ਲਾਲੋ ਕਾਜੀਆਂ ਬਾਮਣਾ ਕੀ ਗੱਲ ਥੱਕੀ, ਅਗਦ ਪੜੇ ਸ਼ੈਤਾਨ। ਵੇ ਲਾਲੋ
ਅੱਜ ਲੋਕ ਕਹਿੰਦੇ ਇੰਨਾ ਕੋਈ ਕਿਉਂ ਹੋ ਰਿਹਾ ਜੀ? ਇਹ ਭਾਈ ਸ਼ਰਮ ਤੇ ਧਰਮ ਅਲੋਪ ਹੋ ਰਹੇ ਨੇ, ਧਰਤੀ ਗਰਕ ਸਕਦੀ ਹੈ। ਜੋ ਕੋਈ ਤੁਹਾਡੇ ਆਲੇ ਦੁਆਲੇ ਦੂਜੇ ਦੇਸ਼ਾਂ ਵਿੱਚ ਹੋ ਰਿਹਾ ਹੈ, ਮਤਾਂ ਜਾਣਿਓ ਇਹ ਗੁਆਂਢੀ ਦੇ ਹੋ ਰਿਹਾ ਹੈ, ਇਹ ਕਿਸੇ ਨਾਲ ਵੀ ਹੋ ਸਕਦਾ ਹੈ। ਇਸ ਗੱਲ ਦਾ ਸਾਧ ਸੰਗਤ ਸੰਕੇਤ ਸਮਝਿਓ, ਇਹ ਕਿਤੇ ਵੀ ਹੋ ਸਕਦਾ ਹੈ। ਜਿੱਥੇ ਸ਼ਰਮ ਧਰਮ ਅਲੋਪ ਹੋ ਜਾਣ ਉੱਥੇ ਧਰਤੀ ਗਰਕ ਸਕਦੀ ਹੈ। ਤਾਈਓ ਭਾਈ ਗੁਰਦਾਸ ਸਾਹਿਬ ਨੇ ਬਚਨ ਕਿਹਾ, ਜਦੋਂ ਜੋਗੀਆਂ ਨੇ ਗੁਰੂ ਨਾਨਕ ਸਾਹਿਬ ਮਹਾਰਾਜ ਨੂੰ ਪੁੱਛਿਆ, ਮਹਾਰਾਜ ਬਹਿ ਕੇ ਭਗਤੀ ਕਰ ਲਓ, ਨਾਮ ਜਪਾ ਲਓ, ਇੰਨਾ ਪੈਦਲ ਚੱਲ ਕੇ ਭ੍ਰਮਣ ਹਜ਼ਾਰਾਂ ਮੀਲ ਕਿਉਂ ਕਰ ਰਹੇ ਹੋ? ਗੁਰੂ ਨਾਨਕ ਸਾਹਿਬ ਮਹਾਰਾਜ ਨੇ ਕਿਹਾ, ਜੋਗੀਓ ਮੈਂ ਸਾਧ ਪੈਦਾ ਕਰ ਰਿਹਾ, ਮੈਂ ਸਾਧ ਲੱਭ ਰਿਹਾ, ਸਾਧ ਤੋਂ ਬਗੈਰ ਧਰਤੀ ਗਰਕ ਜਾਏਗੀ। ਇਸ ਧਰਤੀ ਨੂੰ ਕੋਈ ਸਹਾਰਾ ਨਹੀਂ ਦੇ ਸਕਦਾ। ਜੇ ਸਾਧ ਨਾ ਹੋਏ, ਮੈਂ ਸੱਜਣ ਠੱਗ ਵਰਗਿਆਂ ਨੂੰ ਸਾਧ ਬਣਾ ਦੇ, ਧਰਤੀ ਬਚ ਜਾਏ। ਮੈਂ ਮਲਕ ਭਾਗੋ ਵਰਗਿਆਂ ਦੀ ਇੰਟੈਂਟਲੀ ਚੇਂਜ ਕਰ ਰਿਹਾ, ਮੈਂ ਮਲਕ ਭਾਗੋ ਵਰਗਿਆਂ ਨੂੰ ਸੰਤ ਬਣਾ ਰਿਹਾ, ਮੈਂ ਇੱਥੇ ਕੋਡੇ ਰਾਖਸ਼ ਵਰਗਿਆਂ ਦੀ ਵਿਰਤੀ ਬਦਲ ਰਿਹਾ। ਕਿਉਂ? ਇਹ ਧਰਤੀ ਕਿਤੇ ਗਰਕ ਨਾ ਜਾਏ। ਕੋਏ ਨਾ ਥੰਮੇ ਸਾਧ ਬੈਨ, ਸਾਧ ਨਾ ਦਿਸੈ ਜੱਗ ਵਿੱਚ ਕੋਆ, ਮੈਨੂੰ ਸਾਧ ਨਹੀਂ ਨਜ਼ਰ ਆ ਰਿਹਾ। ਧਰਤੀ ਸਾਧ ਤੋਂ ਬਗੈਰ ਟਿਕ ਨਹੀਂ ਸਕਦੀ, ਇਸ ਲਈ ਮੈਂ ਸਾਧ ਪੈਦਾ ਕਰ ਰਿਹਾ। ਸਾਧ ਸੰਗਤ ਸੱਚ ਤੋਂ ਬਗੈਰ ਧਰਤੀ ਗਰਕ ਜਾਏਗੀ। ਸਾਧ ਦਾ ਅਰਥ ਹੈ ਜਿਹਨੇ ਸਾਧਨਾ ਕਰ ਲਈ ਸੱਚ ਉੱਤੇ, ਜਿਹੜਾ ਸੱਚ ਦੇ ਮਾਰਗ ਤੇ ਤੁਰ ਪਿਆ। ਸਤਿਗੁਰੂ ਗੁਰੂ ਨਾਨਕ ਸਾਹਿਬ ਮਹਾਰਾਜ ਨੇ ਕਿਹਾ, ਲਾਲੋ ਇਹ ਪਤਾ ਕਿਉਂ ਹੋਣਾ? ਕਹਿੰਦੇ ਮਹਾਰਾਜ ਕਿਉਂ? ਕਹਿੰਦੇ ਸ਼ਰਮ ਧਰਮ ਦੋਏ ਛਪ ਖਲੋਏ, ਕੂੜ ਫਿਰੈ ਪ੍ਰਧਾਨ ਵੇ ਲਾਲੋ, ਕਾਦੀਆਂ ਬਾਹਮਣਾ ਕੀ ਗੱਲ ਥੱਕੀ ਅਗਦ ਪੜੇ ਸ਼ੈਤਾਨ ਵੇ ਲਾਲੋ, ਮੁਸਲਮਾਨੀਆਂ ਪੜ੍ਹੈ ਕਤੇਬਾਂ ਕਸ਼ਟ ਮੈਂ ਕਰੇ ਖੁਦਾਏ ਵੇ ਲਾਲੋ। ਕਹਿੰਦੇ ਕਤੇਬ ਤੂੰ ਪੜ੍ਹਦੇ ਨਹੀਂ ਕੋਈ ਵੀ, ਕਹਿੰਦੇ ਕਸ਼ਟ ਵਿੱਚ ਖੁਦਾ ਚੇਤੇ ਆਉਂਦਾ, ਉਦੋਂ ਕੌਣ ਚੇਤੇ ਕਰਦਾ? ਕਸ਼ਟ ਮੈਂ ਕਰੇ ਖੁਦਾਏ ਵੇ ਲਾਲੋ, ਜਾਤ ਸਨਾਤੀ ਹੋਰ ਹਿੰਦਵਾਣੀਆਂ, ਇਹ ਪੀਲੇ ਖੈ ਲਾਏ ਵੇ ਲਾਲੋ, ਖੂਨ ਕੇ ਸੋਲੇ ਗਾਵੀਏ ਨਾਨਕ, ਰਤ ਕਾ ਕੁੰਗੂ ਪਾਏ ਵੇ ਲਾਲੋ। ਭਾਈ ਲਾਲੋ, ਇਹ ਹਸ਼ਰ ਪਤਾ ਕਿਉਂ ਹੋਣਾ? ਇਹ ਲੋਕ ਰੱਬ ਨੂੰ ਭੁੱਲ ਗਏ। ਕਮਸਾਨ ਦਾ ਉੱਥੇ ਕਤਲੇਆਮ ਹੋਇਆ, ਖੁਰਾਸਾਨ ਖਸਮਾਨਾ ਕੀਆ, ਹਿੰਦੁਸਤਾਨ ਡਰਾਇਆ, ਆਪੇ ਦੋਸ਼ ਨ ਦਈ ਕਰਤਾ, ਜਮ ਕਰ ਮੁਗਲ ਚੜਾਇਆ, ਇਤੀ ਮਾਰ ਪਈ ਕਰ ਲਾਣੇ, ਤੈਂ ਕੀ ਦਰਦ ਨ ਆਇਆ। ਸੱਚਮੁੱਚ ਸਾਧ ਸੰਗਤ ਰਾਜਕੁਮਾਰਾਂ ਨੂੰ ਰੋਟੀ ਨਸੀਬ ਨਹੀਂ ਹੋਈ। ਜਦੋਂ ਬਾਬਰ ਨੇ ਹੱਲਾ ਬੋਲਿਆ, ਰੋਟੀ ਨੂੰ ਤਰਸਦੇ ਰਹਿ ਗਏ। ਬਾਬਰ ਬਾਣੀ ਫਿਰ ਗਈ, ਕੋਇਰ ਨਾ ਰੋਟੀ ਖਾਏ ਦਾ ਅਰਥ ਹੈ ਰਾਜਕੁਮਾਰਾਂ ਨੂੰ ਵੀ ਰੋਟੀ ਨਹੀਂ ਮਿਲੀ, ਆਮ ਬੰਦੇ ਦੀ ਗੱਲ ਛੱਡੋ। ਜਦੋਂ ਕਤਲੇਆਮ ਤੋਂ ਬਾਅਦ ਥੋੜਾ ਥੋੜਾ ਸਭ ਕੁਝ ਠੀਕ ਹੋ ਗਿਆ, ਬਾਬਰ ਦਾ ਰਾਜ ਹੋ ਗਿਆ, ਉਹਨੇ ਪਰਜਾ ਛੱਡ ਦਿੱਤੀ, ਲੋਕਾਂ ਨੂੰ ਛੱਡ ਦਿੱਤਾ ਲੁੱਟ ਕੇ। ਤੇ ਹੁਣ ਭਾਈ ਮਰਦਾਨਾ ਸ੍ਰੀ ਗੁਰੂ ਨਾਨਕ ਸਾਹਿਬ ਮਹਾਰਾਜ ਨੂੰ ਕਹਿੰਦਾ, ਮਹਾਰਾਜ ਆਹ ਰੱਬ ਨੇ ਚੰਗਾ ਨਹੀਂ ਕੀਤਾ। ਸਾਡੇ ਸਵਾਲ ਨੇ ਇਹ ਤੁਹਾਨੂੰ ਜਵਾਬ ਮਿਲ ਰਹੇ ਨੇ। ਅੱਜ ਜਿੰਨਾ ਦੌਰ ਕਰੋਨਾ ਦਾ ਲੰਘਿਆ, ਬਹੁਤ ਬੰਦੇ ਕਹਿੰਦੇ ਚੰਗਾ ਨਹੀਂ ਹੋਇਆ, ਬਹੁਤ ਬੰਦੇ ਕਹਿੰਦੇ ਨੇ ਮਾੜਾ ਹੋ ਰਿਹਾ। ਭਾਈ ਅਫਗਾਨਿਸਤਾਨ 'ਚ ਜੋ ਹੋਇਆ ਮਾੜਾ ਹੋਇਆ। ਹੁਣ ਤੁਹਾਨੂੰ ਇਸ ਚੀਜ਼ ਦਾ ਜਵਾਬ ਮਿਲੇਗਾ ਇੱਕੋ ਸ਼ਬਦ 'ਚ, ਕੁਝ ਵੀ ਮਾੜਾ ਨਹੀਂ ਹੋਇਆ। ਮਰਦਾਨੇ ਨੇ ਪੁੱਛਿਆ, ਮਹਾਰਾਜ ਰੱਬ ਨੇ ਚੰਗਾ ਨਹੀਂ ਕੀਤਾ, ਉਹਨੂੰ ਦਰਦ ਨਹੀਂ ਆਇਆ? ਇੰਨੇ ਲੋਕ ਮਹਾਰਾਜ ਕਤਲ ਕਰ ਦਿੱਤੇ। ਪਾਤਸ਼ਾਹ ਨੇ ਕਿਹਾ, ਮਰਦਾਨੇ ਜਿੰਨਾ ਸਾਡਾ ਫਰਜ਼ ਸੀ ਅਸੀਂ ਬਾਬਰ ਦੇ ਮੂੰਹ ਤੇ ਕਹਿ ਦਿੱਤਾ ਕਿ ਰਤਨ ਬਿਗਾੜ ਬਿਗੋਏ ਕੁੱਤੀ ਮੂਇਆ ਸਾਰ ਨਾ ਕਾਈ, ਉਹ ਤੂੰ ਚੰਦ ਛਿਲਣਾ ਰਾਜ ਦੀ ਖਾਤਰ ਰਤਨਾ ਵਰਗੇ ਸ਼ਰੀਰ ਤੋੜ ਕੇ ਰੱਖ ਦਿੱਤੇ। ਬਾਬਰ ਤੂੰ ਗਲਤ ਕੀਤਾ, ਪਰ ਜੋ ਬਾਬਰ ਤੋਂ ਕਰਵਾਇਆ ਰੱਬ ਨੇ। ਗੁਰੂ ਨਾਨਕ ਸਾਹਿਬ ਮਹਾਰਾਜ ਕਹੇ, ਮਰਦਾਨਿਆ ਉਹ ਠੀਕ ਹੋਇਆ, ਰੱਬ ਦੇ ਕੀਤੇ ਨੂੰ ਨਹੀਂ ਕਹਿ ਸਕਦੇ ਗਲਤ ਹੋਇਆ। ਕਹਿੰਦੇ ਮਹਾਰਾਜ ਚਲੋ ਮੰਨਿਆ ਕਿ ਰੱਬ ਦਾ ਨਾਮ ਨਹੀਂ ਸੀ ਇਹਨਾਂ ਨੂੰ ਚੇਤੇ, ਇਹ ਸੈਦਪੁਰੀਏ ਪਠਾਨ ਜ਼ਾਲਮ ਹੋ ਗਏ ਸੀ, ਰੱਬ ਨੂੰ ਭੁੱਲ ਗਏ ਸੀ, ਸ਼ਰਮ ਧਰਮ ਛਪ ਗਿਆ ਸੀ। ਮਹਾਰਾਜ ਸਾਰਿਆਂ ਦਾ ਥੋੜੀ ਛਪਿਆ, ਵਿੱਚ ਚੰਗੇ ਬੰਦੇ ਵੀ ਸੀ, ਉਹ ਵੀ ਵਿਚਾਰੇ ਮਾਰੇ ਗਏ। ਮਹਾਰਾਜ ਵਿੱਚ ਚੰਗੇ ਕਰਮ ਕਰਨ ਵਾਲੇ ਵੀ ਲੋਕ ਹੋਣਗੇ, ਜਿਨ੍ਹਾਂ ਦਾ ਕੋਈ ਦੋਸ਼ ਨਹੀਂ, ਉਹ ਗਰੀਬ ਬੰਦੇ ਵੀ ਨਾਲ ਮਾਰੇ ਗਏ। ਇਹ ਤੇ ਰੱਬ ਨੂੰ ਮਹਾਰਾਜ ਸੋਚਣਾ ਚਾਹੀਦਾ ਸੀ। ਇਹ ਫਿਰ ਮਾੜਿਆਂ ਦੇ ਨਾਲ ਚੰਗੇ ਬੰਦੇ ਵੀ ਵਿੱਚ ਮਾਰੇ ਗਏ, ਇਹ ਤੇ ਗਲਤ ਹੋਇਆ। ਬਾਬਰ ਨੇ ਬੰਦੇ ਲੱਭ ਕੇ ਥੋੜੀ ਮਾਰੇ ਨੇ, ਜਿਹੜਾ ਮਾੜਾ ਉਹਨੂੰ ਮਾਰਨਾ। ਮਹਾਰਾਜ ਉਹਨੇ ਚੰਗੇ ਵੀ ਨਾਲ ਵੱਢ ਦਿੱਤੇ। ਸ਼੍ਰੀ ਗੁਰੂ ਨਾਨਕ ਸਾਹਿਬ ਮਹਾਰਾਜ ਕਹਿਣਗੇ ਤੇ ਹੋਇਆ, ਪਰ ਮਰਦਾਨਿਆ ਇਹਦਾ ਜਵਾਬ ਤੈਨੂੰ ਸ਼ਾਮਾਂ ਤੱਕ ਦਵਾਂਗੇ। ਮਰਦਾਨੇ ਦਾ ਜਵਾਬ ਸ਼ਾਮਾਂ ਤੱਕ ਦਵਾਂਗੇ। ਇਹ ਤੇ ਹੋਇਆ,
कि माड़ियां नाल चंगे मारे गए ने, माड़ियां नाल रहन वाले चंगे वसन वाले उजड़ गए। ये तो होया, पर इहदा जवाब शामां तक दवांगे। भाई मरदाना चुप कर गए। सवेर तो दोपहर हो गई, गर्मियां दे दिन सन, भोजन छक के घड़ी घंटा भाई मरदाना भी आराम कर रहा, सतगुर सच्चे पातशाह जी भी विचर रहे ने। जदों वेख्या ना मरदाना थोड़ी गूढ़ी नींद में सौ गया है, उदों श्री गुरु नानक साहब महाराज ने भाई लालो नूं कहा, लालो तेरे घर में मिठा मिल सकता कोई गुड़ शक्कर? कहते महाराज हुणे लियाउणा, शायद खाना होना। पातशाह ने लालो दे कोलों गुड़ लैके इतिहास कहंदा है, थोड़ा जिहा भाई मरदाने दे पैर उत्ते ला दिता, वो ते कूक नींद में सुत्ता है। 5-10 मिनटां विच मिठे दी सुगंध सुंघ के कीड़ियां आ गईयां। 1 2 4 5 10 20 चिट्टियां वो मिठे नूं चिंबड़ गईयां। हुण मिठा खांदियां खांदियां किसे एक कीड़ी ने भाई मरदाने दे पैर उत्ते कट लिया, दंदी वड्डी। नींद में सुत्ता एकदम जागया, हाथ मारिया उस जगह ते, किन्नियां कीड़ियां मार दित्तियां। सतगुरु कोल बैठे मुस्कुरा रहे सन। कहण लगे मरदानिया की होया? कहंदे महाराज कीड़ी ने वड लिया। तां सतगुरु मुस्कुरा के कहंदे मरदानिया तेरे पैर उत्ते एक कीड़ी ने दंदी वड्डी है, देख तू किन्नियां मार दित्तियां, ए क्यों? कहंदे महाराज ए भी नाल ही सी। पातशाह ने कहा इहो कुछ होया, माड़ियां नाल जेड़े रहिंदे सन ओ भी मारे गए। सतगुरु बाणी अंदर बचन के भगत कबीर साहब का बचन है, आपां कोई भी बच नहीं सकते, ना तुसी सुनने वाले ना मैं कहण वाला। कोई बंदा कहे मैं किहड़ा माड़ा कर्म कीता है, उदां जी वो ठीक है साडा मित्र है, मैं किहड़ा कोई माड़ा कर्म करना है, उदां उहदे नाल जाना वो मेरा दोस्त है, मैं किहड़ा शराब पीना है, वखरी गल है वो मेरे नाल रहिंदा है। असीं किहड़ा माड़ा कर्म करते हैं, उदां वो माड़े बंदियां दी साडी पार्टी है। साध संगत ये गल दा सुचेत रहो। साहब ने बाणी अंदर बचन किया, लेखा पापियां कोलों भी पुछना, रब ने तेतों भी पुछना तू नाल क्यों बैठा सी? तू कर्म कीता नहीं पर तू नाल ते जांदा सी ना, तू कर्म कीता नहीं तू नाल ते सी, इस गल दा लेखा पुछया जाना है। ताइयों साहब ने कहा कबीर चावल कारणे, फॉर एग्जाम्पल दे के समझाया भाई, सामने है तुहाडे। कहने एक चावल कढ़ना होवे ना, राइस चौल जेड़ा झोने चों, कहने उखली च कुट के पहला ओनू कढ़िया जांदा भाई, ओदे तां 2 टोटे वध तो वध सैलर विच हो जाणगे, पर जेड़ा उपर तुख लग्या होया ओनू तां पीस के बुरादा बना दिंदे ने ग्राइंडर च। भाई माड़ियां दा तां हशर होना है, नाल रहण वालियां दा भी होना है, ये साहब ने लिख के दिता है। कहंदे कबीर चावल कारणे, पढ़ो तुख को मोहली लाए, संग को संगी वैसते, तब पूछे धर्म राय। तू कसंगी नहीं पर कुसंगियां दे नाल बैठा ते तो पूछया जाना, लेखा लिया जाना। पंचतंत्र ग्रंथ विच एक बड़ी रोचक गल आई, कहंदे ने हंस ते कां दी मित्रता पै गई। एक टाणी उत्ते हंस आके बह गया, उपरों कां भी आके उत्थे बह गया। उन्हें कहा जी बड़ा चिट्टा गोरा रंग है तुहाडा, कित्थे दे पंछी हो? उन्हें कहा बई सानू हंस कहिंदे। कां पुछदा कित्थे रहिंदे हो? कहण लगा मानसरोवर ते रहीदे। की खांदे हो? उन्हें कहा मोती खाईदे ने। हुण ओह कां कहंदा मैनू भी कदे विखा सकदे मानसरोवर कित्थे? जिथे रह के निशुद्ध खुराक खांदे हो मैनू भी कदे दिखाओ, मैनू भी किते नाल लै जाओ। उन्हां दी आपस में मित्रता पै गई। कहणगे दोवें जने हुण हंस लैके उड़ पिया कां नूं, चल भी चलदे विखाना तैनूं मानसरोवर। हंस की उड़ारी लंबी है, वह थकदा नहीं। कां छेती थक गया, उन्होंने भुख लग गई। कां ने कहा मैनू उतरना पैना, दरखत ते उतरिया, उहदे नाल हंस भी बेचारा उतर गया। कहने लगे कां नूं भुख लगी, हुण उहने खाना की सी? कौए दी खुराक ते गंदगी है, उन्हें गंदगी लभ के चुंझ मारी खाधा। वो फिर उड़ पे। हंस ने नफरत ना की, चलो कोई नहीं मित्र ही बना लिया, फिर कादी नफरत है। उड़द्या उड़द्या वो कां फिर थक गया, किसी टाणी उत्ते बह गए, हंस भी नाल बह गया।
ਉਹ ਮਾਨ ਸਰੋਵਰ ਵੱਲ ਲੈ ਕੇ ਜਾ ਰਿਹਾ ਸੀ। ਜਿਹੜੇ ਦਰਖਤ ਉੱਤੇ ਬੈਠੇ, ਅਚਾਨਕ ਉਸ ਦਰਖਤ ਦੇ ਥੱਲੇ ਇੱਕ ਰਾਜਾ ਆਰਾਮ ਕਰ ਰਿਹਾ ਹੈ। ਸ਼ਿਕਾਰ ਖੇਡਦੇ ਆ, ਉਹ ਆਰਾਮ ਕਰਨ ਲੱਗ ਪਿਆ। ਸ਼ਾਮੇ ਆਲੇ ਦੁਆਲੇ ਸਿਪਾਹੀ ਖਲੋਤੇ ਨੇ, ਕਮਾਨਾਂ ਵਿੱਚ ਤੀਰ ਟੰਗੇ ਹੋਏ ਨੇ, ਰਾਜੇ ਦੀ ਰੱਖਿਆ ਲਈ ਪਹਿਰੇ ਤੇ ਖੜੇ ਨੇ। ਟਾਹਣੀ ਤੇ ਬੈਠਿਆਂ ਬੈਠਿਆਂ ਹੁਣ ਕਾਂ ਨੇ ਗੰਦਗੀ ਖਾਧੀ ਸੀ ਤੇ ਕਰਨਾ ਕੀ ਹੈ, ਗੰਦਗੀ ਕਰੇਗਾ। ਉਹਨੇ ਗੰਦਗੀ ਕਰ ਦਿੱਤੀ, ਸਿੱਧੀ ਰਾਜੇ ਦੇ ਮੂੰਹ ਉੱਤੇ ਆ ਕੇ ਵਿੱਠ ਗੰਦਗੀ ਡਿੱਗੀ। ਰਾਜਾ ਕ੍ਰੋਧ ਵਿੱਚ ਬੋਲਿਆ, ਮਾਰ ਦਿਓ ਇਸ ਪੰਛੀ ਨੂੰ। ਉਸੇ ਵਕਤ ਤੀਰ ਕਮਾਨ ਜਿਹੜੇ ਬੰਦੇ ਨੇ ਤੀਰ ਚਲੇ ਤੇ ਚਾੜਿਆ ਹੋਇਆ, ਉਹਨੇ ਨਿਸ਼ਾਨਾ ਲੈ ਕੇ ਤੀਰ ਮਾਰਿਆ। ਕਾਂ ਤੇ ਉੜ ਗਿਆ, ਤੀਰ ਹੰਸ ਤੇ ਲੱਗ ਗਿਆ। ਫੜਾਉਂਦਾ ਉਹ ਹੰਸ ਡਿੱਗ ਪਿਆ ਰਾਜੇ ਦੀ ਝੋਲੀ ਵਿੱਚ, ਲਹੂ ਲੁਹਾਨ ਹੋਇਆ। ਉਹਨੇ ਚੁੱਕਿਆ, ਉਹ ਕਹਿਣ ਲੱਗਾ ਇਹ ਤੇ ਹੰਸ ਹੈ, ਹੰਸ ਤੇ ਗੰਦਗੀ ਨਹੀਂ ਕਰਦਾ, ਇਹਦੇ ਤੀਰ ਵੱਜ ਗਿਆ, ਗਲਤ ਵੱਜ ਗਿਆ। ਹੰਸ ਗੰਦਗੀ ਨਹੀਂ ਕਰਦਾ, ਦੋਸ਼ ਇਹਦਾ ਨਹੀਂ ਸੀ। ਰਾਜੇ ਨੇ ਤੀਰ ਕੱਢਿਆ, ਤੜਫਦਾ ਤੜਫਦਾ ਹੰਸ ਮਰ ਗਿਆ। ਕਹਿਣ ਲੱਗੇ ਉੱਥੇ ਹੰਸ ਨੇ ਇਹ ਗੱਲ ਕਹਿ ਦਿੱਤੀ, ਦੋਸ਼ ਮੇਰਾ ਨਹੀਂ, ਪਰ ਇੰਨਾ ਕੁ ਤਾਂ ਦੋਸ਼ ਹੈ, ਮੈਂ ਕਿਸੇ ਗੰਦਗੀ ਕਰਨ ਵਾਲੇ ਦੇ ਨਾਲ ਰਹਿ ਗਿਆ, ਇੰਨਾ ਹੀ ਦੋਸ਼ ਹੈ। ਮੈਂ ਕਿਸੇ ਮਾੜੇ ਦੀ ਸੰਗਤ ਕਰ ਲਈ, ਮੈਨੂੰ ਦੁੱਖ ਝੱਲਣਾ ਪੈ ਗਿਆ। ਤਾਈਓ ਸਾਹਿਬ ਨੇ ਕਿਹਾ, ਕਬੀਰ ਸਾਖਤ ਸੰਗ ਨਾ ਕੀਜੀਏ, ਦੂਰੇ ਜਾਈਏ, ਭਾਗ ਵਸਨ ਕਾਰੋ ਪਰਸੀਏ, ਤੋ ਕਸ਼ ਲਾਗੇ ਦਾਗ। ਭਾਈ ਫਿਰ ਤੁਮ ਹੀ ਦਾਗੀ ਹੋ ਜਾਏਗਾ, ਇਸ ਲਈ ਸਾਖਤ ਤੋਂ ਦੂਰ ਰਹੇ। ਸੋ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਪਾਵਨ ਬਾਣੀ, ਜਿਹੜੀ ਧੰਨ ਗੁਰੂ ਨਾਨਕ ਸਾਹਿਬ ਮਹਾਰਾਜ ਨੇ ਕਈ ਭਗਤਾਂ ਤੱਕ ਭ੍ਰਮਣ ਕਰਕੇ, ਕੰਸ਼ੀ ਬਨਾਰਸ ਜਾ ਕੇ ਭਗਤ ਕਬੀਰ ਸਾਹਿਬ, ਭਗਤ ਰਵਿਦਾਸ ਸਾਹਿਬ, ਭਗਤ ਬੀਣੀ ਜੀ, ਉਹਨਾਂ ਦੀ ਬਾਣੀ ਇਕੱਤਰ ਕਰਕੇ ਪਾਤਸ਼ਾਹ ਨੇ ਆਪਣੇ ਕੋਲ ਇਕੱਠੀ ਕੀਤੀ। ਇੱਕ ਪੌੜੀ ਭਾਈ ਗੁਰਦਾਸ ਜੀ ਦੀ ਤੁਹਾਨੂੰ ਯਾਦ ਹੈ, ਜਦੋਂ ਮਹਾਰਾਜ ਸੁਲਤਾਨਪੁਰ ਤੋਂ ਚੱਲਣ ਲੱਗੇ ਨਾ ਉਦਾਸੀਆਂ ਕਰਨ ਵਾਸਤੇ, ਤਾਂ ਪਾਤਸ਼ਾਹ ਨੇ ਭਾਈ ਮਰਦਾਨੇ ਨੂੰ ਕਿਹਾ, ਮਰਦਾਨਿਆ ਬੇਬੇ ਕੋਲੋਂ ਪੈਸੇ ਲੈ ਕੇ ਆ। ਪਹਿਲੀ ਵਾਰ ਹੋਇਆ ਗੁਰੂ ਨਾਨਕ ਸਾਹਿਬ ਮਹਾਰਾਜ ਭੈਣ ਕੋਲੋਂ ਪੈਸੇ ਮੰਗਦੇ। ਉਹ ਸ੍ਰੀ ਗੁਰੂ ਨਾਨਕ ਸਾਹਿਬ ਮਹਾਰਾਜ ਜਿਹੜੇ ਪਟਵਾਰੀਆਂ ਦੇ ਇਕਲੌਤੇ ਪੁੱਤਰ ਨੇ, ਉਹ ਗੁਰੂ ਨਾਨਕ ਸਾਹਿਬ ਜਿਨ੍ਹਾਂ ਦੇ ਨਾਮ 750 ਮੁਰੱਬਾ ਰਾਏ ਬੁਲਾਰ ਪੱਟੀ ਨੇ ਲਾ ਦਿੱਤਾ ਹੈ, ਉਹ ਗੁਰੂ ਨਾਨਕ ਸਾਹਿਬ ਜਿਹਦੇ 974 ਰੁਪਏ ਪਹਿਲੇ ਨਿਕਲਦੇ ਨੇ, ਉਹ ਸੁਲਤਾਨਪੁਰ ਦੇ ਨਵਾਬ ਦੌਲਤ ਖਾਨ ਲੋਧੀ ਵੱਲ ਸਭ ਕੁਝ ਛੱਡ ਦਿੱਤਾ। ਅੱਜ ਬੇਬੇ ਕੋਲੋਂ ਮੰਗੇ ਪੈਸੇ। ਤੁਹਾਨੂੰ ਪਤਾ ਹੈ ਕਿਉਂ? ਉਹਨਾਂ ਪੈਸਿਆਂ ਦੀ ਰਵਾਬ ਖਰੀਦੀ। ਉੱਥੇ ਗੁਰਦੁਆਰਾ ਰਵਾਬ ਸਰ ਬਣਿਆ, ਜਿੱਧਰੋਂ ਲਈ ਅਗਲਾ ਵਿਚਲਾ ਇਤਿਹਾਸ ਮੈਂ ਕਹਿਣਾ ਨਹੀਂ। ਮਰਦਾਨੇ ਨੇ ਪੁੱਛਿਆ, ਮਹਾਰਾਜ ਬੇਬੇ ਦੇ ਪੈਸਿਆਂ ਦੀ ਰਵਾਬ ਕਿਉਂ? ਤੁਸੀਂ 900 ਤੋਂ ਵੱਧ ਪੈਸੇ ਸੁਲਤਾਨਪੁਰ ਦੇ ਨਵਾਬ ਵੱਲ ਛੱਡ ਦਿੱਤੇ, ਉਹਨਾਂ ਵਿੱਚੋਂ ਲੈ ਲੈਂਦੇ। ਗੁਰੂ ਨਾਨਕ ਸਾਹਿਬ ਮਹਾਰਾਜ ਨੇ ਕਿਹਾ, ਨਹੀਂ ਮਰਦਾਨਿਆ, ਬੇਬੇ ਦੇ ਹੱਥਾਂ ਵਿੱਚ ਬਰਕਤ ਬੜੀ ਹੈ, ਬੇਬੇ ਦਾ ਭਗਤੀ ਸਿਮਰਨ ਬਹੁਤ ਹੈ, ਬੇਬੇ ਦੇ ਹੱਥਾਂ ਵਿੱਚ ਬਰਕਤ ਹੈ, ਉਹਦੇ ਹੱਥਾਂ ਦੇ ਪੈਸਿਆਂ ਨਾਲ ਇਹ ਤੰਦ ਰਵਾਬ ਖਰੀਦੀ ਹੈ। ਵੇਖੀ ਭਾਈ ਮਰਦਾਨਿਆ, ਜਿੰਨਾ ਸਬਰ ਮੇਰੇ ਬੇਬੇ ਦੇ ਮਨ ਵਿੱਚ ਹੈ, ਜਿੰਨਾ ਸਿਦਕ ਮੇਰੀ ਬੇਬੇ ਦੇ ਹਿਰਦੇ ਵਿੱਚ ਹੈ, ਜਦੋਂ ਉਹਦੇ ਪੈਸਿਆਂ ਦੀ ਰਵਾਬ ਕਦੇ ਵੱਜੇਗੀ, ਧੁਰ ਕੀ ਬਾਣੀ ਨਾਲ ਜੁੜੇਗੀ, ਇੱਥੇ ਬੇਸਬਰੇ ਹਿਰਦਿਆਂ ਨੂੰ ਸਬਰ ਆ ਜਾਇਆ ਕਰੇਗਾ। ਇਹ ਬੇਬੇ ਦੇ ਹੱਥਾਂ ਦੀ ਬਰਕਤ ਹੈ। ਇਹਦਾ ਮਤਲਬ ਬੰਦਗੀ ਵਾਲਿਆਂ ਦੇ ਹੱਥਾਂ 'ਚ ਬਰਕਤ ਹੈ, ਇਹ ਤੁਹਾਨੂੰ ਮੰਨਣਾ ਪਏਗਾ। ਸਤਿਗੁਰੂ ਗੁਰੂ ਨਾਨਕ ਸਾਹਿਬ ਮਹਾਰਾਜ ਚੱਲਣ ਲੱਗੇ, ਰਵਾਬ ਕੋਲ ਲੈ ਲਈ, ਹੱਥ ਵਿੱਚ ਇੱਕ ਡੰਡਾ ਪਕੜ ਲਿਆ, ਤੇ ਉੱਥੇ ਭਾਈ ਗੁਰਦਾਸ ਜੀ ਨੇ ਲਿਖਿਆ, ਬੇਬੇ ਦਾ ਹੱਥ ਦਾ ਬੁਣਿਆ ਇੱਕ ਝੋਲਾ ਲਿਆ। ਉਹ ਝੋਲੇ ਵਿੱਚ ਗੁਰੂ ਨਾਨਕ ਸਾਹਿਬ ਮਹਾਰਾਜ ਨੇ ਕੁਝ ਕਾਗਜ਼ਾਂ ਦੀ ਪੋਥੀ, ਕਲਮ ਦਵਾਤ ਤੇ ਸਿਆਹੀ ਪਾਈ। ਪਤਾ ਕਿਉਂ? ਭਾਈ ਮਰਦਾਨੇ ਨੇ ਕਿਹਾ, ਮਹਾਰਾਜ ਆਹ ਗੱਲ ਹੁਣ ਮੈਨੂੰ ਸਮਝ ਆਈ ਹੈ, ਇਹ ਝੋਲੇ ਵਿੱਚ ਪੋਥੀ ਕਾਗਜ਼ ਇਸ ਲਈ ਕਿ ਜਿੱਥੇ ਜਿੱਥੇ ਤੁਸੀਂ ਧੁਰ ਕੀ ਬਾਣੀ ਉਚਾਰਨ ਕਰੋਗੇ, ਇਹ ਪੋਥੀ ਤੇ ਲਿਖਦੇ ਜਾਵਾਂਗੇ। ਭਾਈ ਗੁਰਦਾਸ ਜੀ ਦਾ ਹਵਾਲਾ, ਆਸਾ ਹੱਥ ਕਿਤਾਬ ਕਸ਼, ਕੁੱਜਾਂ ਵਾਕ ਮੁਸੱਲਾ ਧਾਰੀ। ਜਦੋਂ ਮਹਾਰਾਜ ਚੱਲੇ, ਕੋਲ ਪੋਥੀ ਲੈ ਕੇ ਚੱਲੇ, ਕਲਮ ਦਵਾਤ ਸਿਆਹੀ, ਜਿੱਥੇ ਧੁਰ ਕੀ ਬਾਣੀ ਉਚਾਰਨ। ਹਰ ਵਕਤ ਨਹੀਂ ਮਹਾਰਾਜ ਬਾਣੀ ਉਚਾਰਨ ਕਰਦੇ ਸੀ। ਜਦੋਂ ਉਸ ਕਰਤੇ ਪੁਰਖ ਨਾਲ ਇੱਕਮਿਕ ਹੋ ਜਾਣਾ, ਫਿਰ ਉਹਦੇ ਘਰ ਦਾ ਪੈਗਾਮ ਜੋ ਹੋਣਾ, ਉਹ ਬੋਲਣਾ, ਉਹ ਬਾਣੀ ਵਿੱਚ ਲਿਖਿਆ ਜਾਣਾ, ਉਹ ਪੋਥੀ ਤੇ ਉਤਾਰਾ ਹੋਣਾ। ਹਰ ਵਕਤ ਹਰ ਗੱਲ ਧੁਰ ਕੀ ਬਾਣੀ ਨਹੀਂ ਸੀ।
श्री गुरु नानक साहब महाराज बाणी उच्चारण करते गए। वो शब्द भाई मरदाने तो बाद विच लिखवा देने, फिर भगतां दी बाणी लिखत पोथियां लईयां। श्री गुरु नानक साहब महाराज ने ओहियो पोथियां जदों भाई लहणा धन गुरु अंगद दे महाराज जी नूं गुरता गद्दी बख्शी, नाल साध संगत गुरु नानक साहब महाराज ने करतारपुर साहब दी धरती ते पोथियां भी नाल दित्तियां। एक चीज हुण ध्यान विच रखियो, एक थां ते मैं प्रचार सुनिया, बड़ा हैरान होया। चलदा इस तरह इतिहास विच लिखिया, कहंदे जी भाई लहणा पहला गुरु नानक साहब महाराज दे कोल आउण तो पहला देवी दे दर्शनां नूं जांदा सी। इतिहास विच लिखिया, पर मैनूं माफ करियो, गुरु नानक साहब महाराज नूं पहले ही पता सी जिस दी वस्त तिसै घर आई दा अर्थ इहो है। पातशाह नूं पहले पता सी ये वस्त किहनूं बख्शिश करनी है। इसे लिए जिदन भाई लहणा करतारपुर साहब आउंदे ने उदन इतिहास पढ़ियो, गुरु नानक साहब महाराज अगों लैण जांदे ने, बांगा पकड़ के घोड़े दियां लैके आउंदे ने। पता क्यों? पातशाह नूं पता सी ये बहुत वड्डी हस्ती है। ये गुरु नानक साहब महाराज नूं पता सी इस घर दी सेवा संभालण दे योग है। ये नहीं कि बाद विच जदों उन्हां नूं इस गल दा इल्म सी ये सेवा कमाउण दे योग है, फिर साध संगत उत्थों 7 सालां विच जीवन कढ़िया। तुसीं कहोगे फिर 7 साल सेवा क्यों कराई? गहना भी सुनियार सोने का बना सकता, लोहे का नहीं बना सकता। पहली शर्त है वो सोना होवे ते सुनियार उहदा गहना बना दिंदा है। कोई सिख अपना मन बेचण दी समर्था रखे, घड़ना चाहुंदा होवे जीवन अपना, गुरु उहनूं घड़ दिंदा है। ते जे साध संगत असीं आप ही नहीं जीवन सुधारना चाहुंदे, गुरु की करेगा? फिर ते लिख के दिता है, कबीर साचा सतगुर क्या करे, जो सिखा मैं चूक। तू सुधरना नहीं चाहुंदा, गुरु की कर सकदा? सोना होवे सुनियार ओदा गहना बना दिंदा है। पातशाह नूं पता सी लहणा घड़न वास्ते आ रहा है, ये घड़न होण दे योग है। और सतगुरां 7 सालां विच फिर 21 वार वो चोटां प्रीख्या दियां पाईयां, फिर भाई लहणा कड़े गए। जिहड़ा सवाल पहली बाणी विच ही होना ने जपजी साहिब विच, ਉਹਦੇ ਵਿੱਚ सवाल सी किव सचियारा हुई है कि कूड़ है टुटे भाल, तेदा जवाब पता किन्नवीं पौड़ी च जाके मिलिया। तुसी रोज जपजी साहिब पढ़दे हो। जदों गल सचियार होण दी आई, उदों साहिब ने कहा कल्ला सुनन नाल सचियार नहीं, सुनना चंगा है, ਉਹਦੇ नाल अंदर दी महल उतरेगी, सुनन नाल तुसी नेड़े हो जाओगे, गौण दे नाल नेड़े हो जाएंगे। रोज गुरु दे गुण गाने, बाणी पढ़नी, रब दे नेड़े हो जाओगे, ये बहुत चंगी गल है, जीवन सुधरदा। पर गाउण ते सुन दे नाल साध संगत सचियार पूरी तरह 100% नहीं होईदा। महाराज फिर किवें होना है? सतगुरां जाके 14वीं पौड़ी तो बाद जवाब दिता, जिथे कहंदे जे को बुझे होवे सचियार, किव सचियारा होई है, ते जवाब किथे आ? जे को बुझे होवे सचियार, तवले उपर किता पार। बुझे दा अर्थ है गाव्या सुनिया तिनका हर थाए पावे। केदा? जिन सतगुर की आज्ञा सत सत कर मन। जिन्हें गुरु दा हुक्म सत करके मन लिया, मोरियों एक बार भी आर्गूमेंट नहीं किया, फिर की होया जे खा लिया, फिर की होया जे उत्थे चले गए, फिर की होया जे इदां कर लिया। नहीं, गुरु दे कहे उत्ते एक भी मोरे आर्गूमेंट नहीं। जो गुर कहे सोई भल मानो, हर हर कथा निरल, जो गुरु कवे उसे वक्त मन जाए। एक कोई उदाहरण मैं देनी है। करतारपुर साहब की धरती ते महाराज ने सेवा करदे भाई लहणा जी नूं कहा, कहंदे बेटा चादरां धोण वालियां सन, धो लियाणियां सी। कहंदे महाराज 7 बचन। कहंदे ने चादरां धोण चले गए घाट ते। करतारपुर दे घाट उत्ते चादरां धोतियां, धो के सुका के धुप्पे तह ला के वापस मुड़ आए। जदों वापस आए बाबा बुढ़ा साहब मोरे मिल पे, कहंदे लहणा जी सवेर दे नजर नहीं आए, किथे गए सो? कहंदे जी चादरां धोण गया सी। बाबा बुढ़ा बोले, कहंदे ये चादरां तां कल धोतियां ने, एक दिन विच किहड़ियां मैलियां हो गईयां, कल ही ते धोतियां सी। वो कहने लगे मैनू नहीं पता। इन्ने नूं श्री गुरु नानक साहब महाराज आ गए।
ਤੇ ਬਾਦਸ਼ਾਹ ਕਹਿੰਦੇ ਨੇ ਕੀ ਹੋਇਆ? ਬਾਬੇ ਬੁੱਢੇ ਨੇ ਕਿਹਾ ਮਹਾਰਾਜ ਲਹਿਣੇ ਵਿਚਾਰੇ ਨੂੰ ਚੰਗੇ ਕੰਮ ਲਾਇਆ, ਇਹ ਚਾਦਰਾਂ ਕੱਲ ਹੀ ਧੋਤੀਆਂ ਸਨ, ਅੱਜ ਤੁਸੀਂ ਫਿਰ ਧੋਣ ਤੋਰ ਦਿੱਤਾ। ਉਦਾਂ ਦਾ ਲਹਿਣਾ ਜਿਹੜਾ ਸਵੇਰ ਤੋਂ ਚਾਦਰਾਂ ਫਿਰ ਧੋਣ ਚਲਾ ਗਿਆ। ਸ੍ਰੀ ਗੁਰੂ ਨਾਨਕ ਸਾਹਿਬ ਮਹਾਰਾਜ ਨੇ ਬੜੀ ਬਰੀਕ ਪ੍ਰੀਖਿਆ ਪਾਈ। ਬਾਦਸ਼ਾਹ ਨੇ ਬੜਾ ਗੰਭੀਰ ਹੋ ਕੇ ਕਿਹਾ, ਕਹਿੰਦੇ ਲਹਿਣਿਆ ਜੇ ਚਾਦਰਾਂ ਕੱਲ ਧੋਤੀਆਂ ਸੀ ਬੇਟਾ ਦੱਸ ਦੇਣਾ ਸੀ ਕੱਲ ਧੋਤੀਆਂ। ਇੱਥੇ ਕੋਈ ਵੀ ਭੁਲੇਖਾ ਖਾ ਸਕਦਾ ਹੈ। ਪਤਾ ਜੇ ਕਿਉਂ? ਦੱਸਣ ਵਿੱਚ ਅਸੀਂ ਬਹੁਤ ਖੁਸ਼ ਹੋਈਦਾ। ਕੋਈ ਮੇਰੇ ਤੋਂ ਪੁੱਛੇ ਤੇ ਸਹੀ, ਦੱਸਣ ਵਿੱਚ ਬੰਦਾ ਖੁਸ਼ ਹੁੰਦਾ ਹੈ। ਕਈ ਵਾਰ ਸਵਾਲ ਪੁੱਛ ਕੇ ਲੋਕ ਉੱਤਰ ਦੱਸਣਾ ਚਾਹੁੰਦੇ ਨੇ, ਉਹਦਾ ਸਵਾਲ ਪੁੱਛਣ ਦਾ ਮਕਸਦ ਹੀ ਇਹ ਹੁੰਦਾ ਹੈ ਕਿ ਮੈਂ ਦੱਸਾਂ। ਦੱਸਣ ਵਿੱਚ ਬਹੁਤ ਖੁਸ਼, ਹਰ ਬੰਦਾ ਦੱਸ ਕੇ ਬੜਾ ਖੁਸ਼ ਹੁੰਦਾ ਹੈ। ਕੁਝ ਗੱਲਾਂ ਵੈਸੇ ਦੱਸ ਵੀ ਦੇਣੀਆਂ ਚਾਹੀਦੀਆਂ, ਇੱਕ ਦੋ ਤਾਂ ਨਾਰਮਲ ਗੱਲਾਂ ਨੇ ਨਾ। ਤੁਸੀਂ ਰਾਹ ਜਾਂਦੇ ਆ ਤੇ ਲੋਕਾਂ ਨੂੰ ਦੱਸਦੇ ਰਹਿੰਦੇ ਹੋ, ਆ ਮੜ ਜਾ ਮੋਟਰਸਾਈਕਲ ਦਾ ਸਟੈਂਡ ਚੁੱਕ ਲਾ ਭਾਈ, ਇਹ ਤੇ ਦੱਸਦੇ ਹੀ ਰਹਿੰਦੇ ਹੋ ਇੱਕ ਦੋ, ਔਰ ਤੁਹਾਨੂੰ ਖੁਸ਼ੀ ਵੀ ਮਿਲਦੀ ਦੱਸਣ ਵਿੱਚ। ਪਰ ਧਾਰਮਿਕ ਦੁਨੀਆ ਵਿੱਚ ਵੀ ਬੰਦਾ ਚਾਹੁੰਦਾ ਹੈ ਮੇਰੇ ਤੋਂ ਕੋਈ ਪੁੱਛੇ, ਮੈਂ ਉਹਨੂੰ ਦੱਸਾਂ। ਜਦੋਂ ਗੁਰੂ ਨਾਨਕ ਸਾਹਿਬ ਮਹਾਰਾਜ ਨੇ ਇੰਨਾ ਬਰੀਕ ਪੇਪਰ ਕਰ ਦਿੱਤਾ, ਕਹਿਣ ਕੇ ਲੈਣਿਆ ਜੇ ਚਾਦਰਾਂ ਧੋਤੀਆਂ ਸੀ ਬੇਟਾ ਦੱਸ ਦੇਣਾ ਸੀ ਧੋਤੀਆਂ ਨੇ। ਇੱਥੇ ਹੁਣ ਪੱਕਾ ਹੀ ਕੋਈ ਫੇਲ ਹੋ ਸਕਦਾ ਹੈ। ਪਤਾ ਕਿਉਂ? ਜੇ ਗੁਰੂ ਨੂੰ ਦੱਸਣ ਲੱਗ ਪਏ ਮਹਾਰਾਜ ਕੱਲ ਧੋਤੀਆਂ ਨੇ, ਇਹਦਾ ਮਤਲਬ ਤੁਸੀਂ ਫੇਲ ਹੋ ਗਏ। ਤੈਨੂੰ ਇਹ ਗੱਲ ਭੁੱਲ ਗਈ ਕਿ ਘਟ ਘਟ ਕੇ ਅੰਤਰ ਕੀ ਜਾਣਤ, ਭਲੇ ਬੁਰੇ ਕੀ ਪੀਰ। ਉਹਨੂੰ ਤਾਂ ਸਭ ਪਤਾ ਹੈ, ਉਹਨੂੰ ਕੀ ਦੱਸਣਾ ਹੈ? ਤੈਨੂੰ ਭੁਲੇਖਾ ਪੈ ਗਿਆ ਕਿ ਗੁਰੂ ਅੰਤਰਜਾਮੀ ਹੈ, ਇਹ ਤੈਨੂੰ ਭੁੱਲ ਗਿਆ। ਤੂੰ ਦੱਸਣ ਲੱਗ ਪਿਆ ਮਹਾਰਾਜ ਕੱਲ ਧੋਤੀਆਂ ਨੇ। ਪਰ ਭਾਈ ਲੈਣਾ ਧੰਨ ਗੁਰੂ ਅੰਗਦ ਸਾਹਿਬ ਮਹਾਰਾਜ 100% ਪਾਸ ਹੋ ਗਏ। ਜਦੋਂ ਪਾਤਸ਼ਾਹ ਨੇ ਕਿਹਾ ਲੈਣਿਆ ਦੱਸ ਦੇਣਾ ਸੀ ਚਾਦਰਾਂ ਧੋਤੀਆਂ ਨੇ, ਅੱਗੋਂ ਬੋਲੇ ਨਹੀਂ, ਹੱਥ ਜੋੜ ਕੇ ਸਿਰ ਝੁਕਾ ਕੇ ਖਲੋ ਗਏ। ਪਾਤਸ਼ਾਹ ਨੇ ਕਿਹਾ ਲੈਣਾ ਬੋਲਦਾ ਨਹੀਂ, ਬੋਲ। ਅੱਖਾਂ ਵਿੱਚੋਂ ਹੰਝੂ ਕਰ ਰਹੇ ਸਨ। ਹਜ਼ੂਰ ਨੇ ਕਿਹਾ ਇੰਨਾ ਹੀ ਕਿਹਾ, ਤੂੰ ਰੋਣ ਕਿਉਂ ਲੱਗ ਗਿਆ? ਰਹਿਣ ਲੈਣਿਆ ਦੱਸ, ਜੇ ਚਾਦਰਾਂ ਧੋਤੀਆਂ ਸੀ ਤੂੰ ਦੱਸ ਦੇਣਾ ਸੀ ਕੱਲ ਧੋਤੀਆਂ ਨੇ। ਅੱਗੋਂ ਹੁਣ ਜਵਾਬ ਸੁਣਿਓ। ਮਨ ਵਿਰਾਗ 'ਚ ਭਰਿਆ, ਅੱਖਾਂ ਹੰਝੂਆਂ ਨਾਲ ਭਰੀਆਂ ਸਨ। ਹੱਥ ਜੋੜ ਕੇ ਕਿਹਾ ਸਤਿਗੁਰੂ ਜਿਹੜੀਆਂ ਚਾਦਰਾਂ ਗੁਰੂ ਨਾਨਕ ਦੀ ਨਜ਼ਰ ਵਿੱਚ ਧੋਣ ਵਾਲੀਆਂ ਹੋਣ, ਮੈਂ ਕਿਵੇਂ ਕਹਿਦਾ ਧੋਤੀਆਂ ਹੋਈਆਂ? ਜਿਹੜੀਆਂ ਚਾਦਰਾਂ ਗੁਰੂ ਨਾਨਕ ਦੀ ਨਜ਼ਰ ਵਿੱਚ ਮੈਲੀਆਂ ਹੋਣ, ਤੁਸੀਂ ਕਿਹਾ ਚਾਦਰਾਂ ਧੋਣ ਵਾਲੀਆਂ ਸੀ ਬੇਟਾ ਧੋ ਲਿਆਣੀਆਂ ਸੀ, ਮੈਂ ਕਿਵੇਂ ਕਹਿਦਾ ਕੱਲ ਧੋਤੀਆਂ? ਜਿਹੜੀਆਂ ਚਾਦਰਾਂ ਗੁਰੂ ਦੀ ਨਜ਼ਰ ਵਿੱਚ ਮੈਲੀਆਂ ਨੇ, ਸਿੱਖ ਕਿਵੇਂ ਕਹਦੇ ਉਹ ਧੋਤੀਆਂ ਹੋਈਆਂ? ਇਹਨੂੰ ਕਹਿੰਦੇ ਜੇ ਕੋ ਬੁੱਝੈ ਹੋਵੇ ਸਚਿਆਰ, ਧਵਲੇ ਉੱਪਰ ਕੀਤਾ ਭਾਰ। ਜਿੱਦਣ ਸਿੱਖੀ ਕੋਈ ਬੁੱਝ ਲੈਂਦਾ ਉਦਣ ਗੁਰੂ ਸਚਿਆਰ ਕਰ ਦਿੰਦਾ। ਧੁਰ ਕੀ ਬਾਣੀ ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀ ਬਾਣੀ ਜਦੋਂ ਗੁਰੂ ਅਰਜਨ ਦੇਵ ਮਹਾਰਾਜ ਤੱਕ 4 ਪਾਤਸ਼ਾਹੀਆਂ ਦੀਆਂ ਪੋਥੀਆਂ ਭਗਤਾਂ ਦੀ ਬਾਣੀ ਪਹੁੰਚ ਗਈ, ਉਦੋਂ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਅਚਾਨਕ ਸੰਪਾਦਨ ਕਰਨ ਦੀ ਕੀ ਲੋੜ ਪੈ ਗਈ? ਪਹਿਲੇ ਪਾਤਸ਼ਾਹ ਵੀ ਚਲਾ ਰਹੇ ਸਨ, ਨਾ ਗੁਰੂ ਅੰਗਦ ਦੇਵ ਮਹਾਰਾਜ ਨੇ ਸੰਪਾਦਨਾ ਕੀਤੀ, ਨਾ ਗੁਰੂ ਅਮਰਦਾਸ ਮਹਾਰਾਜ ਜੀਆਂ ਨੇ। ਲੰਬਾ ਸਮਾਂ ਗੁਰੂ ਅਮਰਦਾਸ ਮਹਾਰਾਜ ਗੁਰਤਾ ਗੱਦੀ ਤੇ ਰਹੇ, ਘੱਟੋ ਘੱਟ ਤਕਰੀਬਨ 20-21 ਸਾਲ ਸਤਿਗੁਰੂ ਗੁਰੂ ਅਮਰਦਾਸ ਮਹਾਰਾਜ ਗੁਰਤਾ ਗੱਦੀ ਤੇ ਰਹੇ। 21 ਤੋਂ 22 ਸਾਲ ਦਾ ਸਮਾਂ ਬਣਦਾ ਜੇ ਤੁਸੀਂ 74 ਤੋਂ ਜੋੜੋ। 22 ਸਾਲ ਦੇ ਕਰੀਬ ਗੁਰਤਾ ਗੱਦੀ ਤੇ ਰਹਿ ਕੇ ਵੀ ਗੁਰੂ ਅਮਰਦਾਸ ਮਹਾਰਾਜ ਨੇ ਸੰਪਾਦਨਾ ਨਹੀਂ ਕੀਤੀ ਗੁਰੂ ਗ੍ਰੰਥ ਸਾਹਿਬ। ਸ਼੍ਰੀ ਗੁਰੂ ਰਾਮਦਾਸ ਮਹਾਰਾਜ ਚਲੋ 7 ਸਾਲ ਗੁਰਤਾ ਗੱਦੀ ਤੇ ਰਹੇ, ਸੰਪਾਦਨਾ ਉਹਨਾਂ ਨੇ ਵੀ ਨਹੀਂ ਕੀਤੀ। ਸ਼੍ਰੀ ਗੁਰੂ ਅਰਜਨ ਦੇਵ ਮਹਾਰਾਜ ਨੇ ਗੁਰੂ ਗ੍ਰੰਥ ਸਾਹਿਬ ਦੀ ਬੀੜ ਕਿਉਂ ਸੰਪਾਦਨਾ ਕੀਤੀ? ਬੀੜ ਦਾ ਅਰਥ ਹੁੰਦਾ ਜੋੜਨਾ, ਜਿਹੜੇ ਸ਼ਬਦ ਜੋੜ ਦਿੱਤੇ ਜਾਣ, ਬੀੜ ਦਿੱਤੇ ਜਾਣ। ਉਹਦੀ ਇੱਕ ਅਤਿਅੰਤ ਲੋੜ ਪਈ। ਮੈਂ ਕੱਲ ਵੀ ਇੱਕ ਦੀਵਾਨ ਵਿੱਚ ਕਿਹਾ, ਸਤਿਗੁਰੂ ਗੁਰੂ ਅਰਜਨ ਦੇਵ ਮਹਾਰਾਜ ਜੀ ਨੇ ਭਾਈ ਸੱਤਾ ਤੇ ਬਲਵੰਡ ਦੀ ਨਾਰਾਜ਼ਗੀ ਤੋਂ ਬਾਅਦ ਗੁਰੂ ਘਰ ਦਾ ਕੀਰਤਨ ਰਾਗ ਓਪਨ ਕਰ ਦਿੱਤਾ। ਹੁਣ ਇਹ ਰਾਗ ਕਿਸੇ ਜਾਤ ਬਰਾਦਰੀ ਦੇ ਅਧੀਨ ਨਹੀਂ ਰਹੇਗਾ। ਹੁਣ ਇਹ ਰਾਗ, ਹੁਣ ਇਹ ਕੀਰਤਨ ਮੇਰਾ ਹਰ ਸਿੱਖ ਕਰੇਗਾ। ਪਾਤਸ਼ਾਹ ਨੇ ਕਿਹਾ ਸੰਗਤ ਵੇ ਸਾਰੇ ਸਿੱਖ ਕੀਰਤਨ ਕਰਿਆ ਕਰੋ। ਮਹਾਰਾਜ ਰਾਗ ਨਹੀਂ ਆਉਂਦਾ, ਕਹਿਣ ਲੱਗੇ ਗੁਰੂ ਨਾਨਕ ਦੀ ਬਾਣੀ ਆਪੇ ਰਾਗ ਸਿਖਾ ਦੇਗੀ। ਭਾਈ ਕਦੇ ਯਾਦ ਰੱਖਿਓ, ਹੁਣ ਤਾਂ ਰਾਗ ਤਾਲ ਤੇ ਹਾਰਮੋਨੀਅਮ ਨਾਲ ਗਾਉਂਦੇ ਨੇ ਨਾ। ਜਦੋਂ ਭਗਤਾਂ ਨੇ ਰਾਗ ਗਾਏ ਹੋਣਗੇ ਉਦੋਂ ਕਿਹੜੇ ਸਾਜ਼ ਨਾਲ ਗਾਏ ਨੇ? ਸਿਰਫ ਭਗਤ ਨਾਮਦੇਵ ਸਾਹਿਬ ਦੇ ਕੋਲ ਚਲੋ ਮਿਲਦਾ ਇਤਿਹਾਸ ਵਿੱਚ ਸਰੋਤ ਹੈ ਕਿ ਉਹਨਾਂ ਕੋਲ ਇੱਕ ਤੁੰਬਾ ਹੁੰਦਾ ਸੀ ਜਿਹਦੇ ਨਾਲ ਉਹ ਗਾਉਂਦੇ ਸੀ ਤਾਰੇ ਨਾਲ। ਬਾਕੀ ਭਗਤਾਂ ਕੋਲ ਕੋਈ ਨਹੀਂ, ਉਹ ਤਾਂ ਕਿਰਤ ਕਰਨ ਵਾਲੇ ਸਨ, ਖੱਡੀ ਬੁਣਨ ਵਾਲੇ। ਭਗਤ ਕਬੀਰ ਸਾਹਿਬ ਕੋਲ ਕਿਹੜਾ ਸਾਜ਼ ਸੀ ਰਾਗ ਗਾਉਣ ਲੱਗਿਆ?
जोड़े गंढदे रविदास भगत जी कोल किहड़ा राग किहड़ा साज सी जिहदे नाल राग गाए होणगे। श्री गुरु अर्जन देव महाराज ने कहा भाई सिखो हुण राग तुहानूं आपे गुरु नानक दी बाणी सिखाएगी, मिल के गाया कर। जोटियां जोड़ के कीर्तन करन सब लग पे। एक साल बाद फिर एक घटना घटी। श्री गुरु अर्जन देव महाराज दे सजे दरबार विच काबल तो आई संगत विचों एक सिख ने कहा मैं भी शब्द पढ़ना है। वो भाई गुरदास साहब नूं लिखा दिंदे सन। भाई गुरदास उन्हां तो शब्द पढ़ाउंदे ने। अज जदों सिख ने गुरबाणी दा शब्द पढ़िया, श्री गुरु अर्जन देव महाराज तक सिंघासन ते बैठे, शब्द सुनदियां सार गुरु अर्जन देव महाराज उहदे वल वेखण लग पे। शब्द समाप्त होया, साहब ने भाई गुरदास जी नूं कहा भोग पा दिओ, दीवान दा प्रसाद वरता दिओ। महाराज अदे ते वक्त थोड़ा होया, कहण लगे नहीं सारी संगत नूं लंगर विच भेज दिओ। महाराज 7 बजे अज समय तो पहला भोग पा दिता, अज समय तो पहला संगत भेज दिती। जदों सारी संगत चली गई, पातशाह ने बाबा बुढ़ा, भाई गुरदास, भाई जेठा, भाई पुराना सिख सद ले कोल सद के कहा एक गंभीर मसले ते गल कर। एक नुकता कौम भुलदी जा रही है। मैं कई थावां ते बेनती की, वो कदे ना भुल्लिओ गुरु ने पंच प्रथा तोरी है। किसी भी गल की सलाह करनी 5 सिख इकट्ठे होकर करियो। कल्ले सिख नूं कोई परवानगी नहीं, कल्ले दा कीता फैसला अधूरा हो सकता है, बहु गिणती दा फैसला कीता कुराहे पा सकता है। मैनूं माफ करियो। जिहड़ा आ प्रथा चल पई ना, एवें लोकां दीयां वोटां लैण वास्ते लो जी जो संगत फैसला करेगी वो मन्निया जाएगा। संगत का दर्जा वड्डा है, पर जे तुसीं कहो कोई फैसला 1000 बंदा करे वो नहीं जे होने वाला। वो कल कलेश पैना है, विचों कोई कुछ भी कह सकता है। संगत विचों 5 सिख चुन लेने चाहिए ने। ये प्रथा है पंथ दी। 5 जने बह के ईमानदारी नाल फैसला कर, फैसला हो जाता है। जदों हज़ारां दे हवाले करोगे नहीं होएगा। आ तुहाडे सामने जो हो रहा है उहनूं मैं व्याख्या नहीं करांगा। ये बहु गिणती दे रौले करके होया है, जां फिर कल्ले दे फैसले करके होया। जदों किसी कल्ले ने कह दिता ऐदां होना है तां पंथ विच रौला पै रहा है, जां फिर बहु गिणती करके। इसलिए कल्ले दा फैसला प्रवान नहीं कि कोई बंदा कल्ला ही पर्ची भेजे, जो आ गया वो होना नहीं। श्री गुरु अर्जन देव महाराज समर्थ गुरु ने तां भी 5 सिख सदे ने। ਇਹਦਾ हवाला एक तुहानूं होर मिल जाएगा। शब्द आएगा सुलही ते नारायण राख, ਉਹ ਤੋਂ ਪਹਿਲਾਂ ਸ਼ਬਦ ਆਉਂਦਾ ਪ੍ਰਥਮੇ ਮਤਾ ਕੇ ਪੱਤਰੀ ਚਲਾਵੋ, ਦੁਤੀਆ ਮਤਾ ਦੋਇ ਮਨੋ ਕੋ ਬਚਾਵੋ। ਉੱਥੇ ਗੁਰੂ ਨੇ ਮਤਾ ਪਕਾਇਆ ਸਿੱਖ ਸੱਦ ਕੇ। ਗੁਰੂ ਤਾਂ ਸਮਰੱਥ ਹੈ। ਅੱਜ ਪਾਤਸ਼ਾਹ ਨੇ ਸਿੱਖ ਸੱਦ ਕੇ ਕਿਹਾ ਭਾਈ ਗੁਰਦਾਸ ਜੀ ਦੀਵਾਨ ਪਤਾ ਕਿਉਂ ਰੋਕਿਆ? ਮਹਾਰਾਜ ਕਿਉਂ? ਕਹਿਣ ਲੱਗੇ ਉਹ ਸਿੱਖ ਨੂੰ ਬੁਲਾਓ ਜਿਹਨੇ ਸ਼ਬਦ ਪੜਿਆ। ਲੰਗਰ ਵਿੱਚੋਂ ਉਹਨੂੰ ਲੱਭ ਕੇ ਲਿਆਂਦਾ। ਪਾਤਸ਼ਾਹ ਨੇ ਸੰਗਤ ਵਿੱਚ ਰੌਲਾ ਨਹੀਂ ਪਾਇਆ। ਇੱਥੇ ਤਾਂ ਮਾੜੀ ਜਿਹੀ ਗੱਲ ਹੋ ਜਾਏ ਸੰਗਤ ਵਿੱਚ ਰੌਲਾ ਪੈ ਜਾਂਦਾ। ਸੰਗਤ ਨੂੰ ਛੱਡੋ, ਆ ਕਲੇਸ਼ ਬੁੱਕ ਉੱਤੇ ਤਾਂ ਜਦੇ ਹੀ ਪੈ ਜਾਂਦਾ ਨਾ। ਇਹਦਾ ਤਾਂ ਨਾਮ ਹੀ ਕਲੇਸ਼ ਬੁੱਕ ਹੈ। ਜਿਹਦਾ ਨਹੀਂ ਵੀ ਕਲੇਸ਼ ਪੈਣਾ ਹੁਣੇ ਪੈ ਜਾਣਾ। ਤੁਸੀਂ ਪਾ ਕੇ ਵੇਖੋ ਨੈਟ ਉੱਤੇ, ਇੰਨਾ ਹੀ ਪਾ ਦਿਓ ਵਿਆਹ ਭਾਈ ਸਾਹਿਬ ਕਹਿੰਦੇ ਵੇ ਜੀ ਸੰਗਤ ਦਾ ਫੈਸਲਾ ਨਹੀਂ ਕਦੇ ਸਹੀ ਲੈ। ਇੰਨੀ ਗੱਲ ਤੋਂ ਕਲੇਸ਼ ਪੈਣਾ, ਵਿਚਲੀ ਗੱਲ ਕੋਈ ਸਮਝੇ ਭਾਵੇਂ ਨਾ ਸਮਝੇ। ਇਸ ਲਈ ਇਹਦਾ ਨਾਮ ਹੀ ਕਲੇਸ਼ ਬੁੱਕ ਹੈ। ਇਹ ਤੋਂ ਜਿੰਨਾ ਦੂਰ ਰਹੋਗੇ ਚੰਗੇ ਰਹੋਗੇ। श्री गुरु अर्जन देव महाराज ने कहा दीवान क्यों रोके है? भाई गुरदास जी जाओ सिख नूं सद के लियाओ। संगत विच नहीं कहा, कल्ले नूं सद लियांदा। जदों सद के लियांदा हजूर ने बिठा के प्यार नाल कहा बेटा जिहड़ा तुसीं शब्द पढ़िया कित्थों सिੱਖਿਆ? उनके महाराज साडे काबल दे नगर धर्मशाल दे अंदर महाराज जी रोज शब्द पढ़ी दे, सिखां कोलों सिੱਖਿਆ। श्री गुरु अर्जन देव महाराज बोले अज तो बाद ये शब्द नहीं पढ़ना बेटा। ये शब्द तुर की बाणी दा नहीं, ये किसी ने मिलावट की है। ये शब्द गुरु नानक साहब का नाम लग के मिलावट हो गई है। ये शब्द नहीं पढ़ना। उस वक्त हुक्म जारी किया चिट्ठियां घलो, जिथे जिथे धर्मशाला विच पोथियां गुटके ने वापस मंगाओ। उन्हां पोथियां विच मिलावट कर दी। किने? बाबे पृथी चंद दे पुत्र बाबे मेहरबान पुत्र मेहरमान पृथ्वी का करे कविश्री। उन्हें तुकां जोड़ जोड़ के 1 2 4 तुकां मैं एक दिन सुनाइयां भी तुहाडे मूंह ते चढ़ियां ने। लोग कहंदे रहिंदे नाम खुमारी नानका चढ़ी रहे दिन रात। ये धुर की बाणी दा शब्द नहीं है, ऐदां ही जोड़िया।
एक पंक्ति पहला असी भी भुलेखे विच रहे जदों पाठ सीखना शुरू किया ते पहले पाठी ए पढ़ते जदों लंगर छकना उन्हां कहना आ भी अरदास विच कहना सखी दे संतोखी खाए को नानक दर दी दर समाए। ये धुर की बाणी का शब्द ही नहीं है, ये तो बाणी विच है ही नहीं किते। तुहानूं सुन के ऐ लगेगा बाणी दी पंक्ति। जदों गुरु अर्जन देव महाराज ने कहा मिलावट हो गई है, तत् छिन सारे काम छड़ दिते गए, चिट्ठियां भेज के पोथियां वापस मंगाइयां, बाणी विचों मिलावट दे अखर कढ के वो पोथियां दा संस्कार कर दिता गया। परत के श्री गुरु अर्जन देव महाराज ने संपादना शुरू की, राग वध फिर गुरु ग्रंथ साहिब दी बाणी एक एक शब्द जोड़ नाल लिखिया। तुसीं पढ़ोगे आसा काफी महला चौथा अष्टपदियां 16 ही होणगियां, 17 नहीं होणगियां। अखीर ते जाके टोटल दिता है, फिर उत्थे लिखिया होएगा 8 का अर्थ है अष्टपदी नाल 16 फिर कौमा बंद, इत्थे 16 अष्टपदियां हो गई, नाल एक अखर होर लिखिया होना 300 200 400 की लिखिया, ओदा भाव है इत्थों तक आसा राग दे 400 शब्द हो गए, तां जो विच कोई अखर दी मिलावट ना कर सके। श्री गुरु अर्जन देव महाराज ने श्री गुरु ग्रंथ साहिब महाराज की पावन भीड़ फिर राग बद की, संपादना की, बाणी अखर एक एक राग नाल जोड़िया। और हुण सब तो कमाल की गल एक कह के मैं समाप्ति करनी, अगला प्रसंग इत्थों कल शुरू करांगे। जदों गुरु ग्रंथ साहिब जी की संपादना हुई, गुरु ग्रंथ साहिब की आरंभता किसी राग तो नहीं हुई। गुरु ग्रंथ साहिब महाराज की आरंभता विच कोई राग नहीं है, गुरु ग्रंथ साहिब महाराज की आरंभता विच कोई महला नहीं है कि महला पहला दूजा तीजा चौथा, कुछ नहीं। ईवन इत्थों तक पातशाह ने कृपा की, तुसीं दर्शन करोगे जल्द तो एक ते तुहानूं हथ जोड़ के मैं बेनती करदा, तुसीं पढ़े लिखे हो, आ जिंदगी हयाती आपां नूं जीवन मिलिया, एक अरदास करियो इस रहिंदी जिंदगी विच एक बार गुरु ग्रंथ साहिब दे दर्शन हर सिख नूं करने चाहिए ने। भाव सहज पाठ पढ़ो, भावें 2 अंग 3 अंग रोज करो, एक बार अपनी जिंदगी च गुरु ग्रंथ साहिब दे सहज नाल दर्शन कर लो, बाणी पढ़ के। जदों आरंभ जिल्द तो दर्शन करोगे उत्थे लिखिया होएगा आद साहिब श्री गुरु ग्रंथ साहिब जी, ते थल्ले लिखिया ये भीड़ दमदमी भीड़ नाल मिला के लिखी गई है। उस तो बाद अगले पेज ते अंग पे आया, उत्थे होना तत्करा, तत्करे की व्याख्या आपां कल करांगे। जदों गुरु ग्रंथ साहिब की आरंभता होनी है, पहले अंग उत्ते पहला अंग भी नहीं लिखिया, यह भी दर्शन करेगा। जदों अंग पन्ना पलटाओगे उत्थे 2 अंग तो शुरू होंदा, 2 3 4 5 6 7 8 1430 तक। पहला अंग क्यों नहीं लिखिया? पहला कॉलम खाली छड्डिया, जिथे जपजी साहिब आरंभ हुंदा है, गुरु ग्रंथ साहिब दे उपर हैडिंग ते पहला कॉलम बिल्कुल कोरा खाली है। सीधी शुरुआत हुई गुरु ग्रंथ साहिब जी दी, एक ओंकार सतनाम पढ़ो, एक ओंकार सतनाम, एक ओम करता पुरख निरपौ निर्वैर, करता पुरख अकाल मूरत अकाल आजुनी सैपं गुर प्रसाद, आजुनी सैपं। अगे फिर आया जप, जज्जा पप्पे नूं औंकड़ जप। ਇਹਦਾ ਤੁਹਾਨੂੰ अर्थ पहले अंगां ते फिर आउणा पैणा जिथे तत्करा लिखिਆ। जप बाणी का नाम है, सत्कार वजों आपां अदब नाल कहीदा जप जी साहिब, उदां जप जी साहिब बाणी नहीं है, जप जी साहिब अदब सत्कार नाल बाणी का नाम है जप। ते जदों तत्करे में जाओगे उत्थे लिखिया होया जप निशान, एक अंग तो लैके 8 अंग तक, 8 अंग तो 100 दर तेरा केहा सो करके।
10 अंग ते फिर नाल कीर्तन 16 जय कर कीर्तन 14 अंग तो फिर राग शुरू होने राग श्री राग महला पहला। ਆਪਾਂ ਪ੍ਰਾਰੰਭ ਤੋਂ ਫਿਰ ਕੱਲ ਨੂੰ ਸ਼ੁਰੂ ਕਰਾਂਗੇ। ਉਹ ਕਾਲਮ ਖਾਲੀ ਕਿਉਂ ਛੱਡਿਆ, ਇੱਕ ਅੰਗ ਨਾ ਲਿਖਣ ਦਾ ਕੀ ਰੀਜ਼ਨ ਹੈ, 2 ਅੰਗ ਤੋਂ ਕਿਉਂ ਗੁਰੂ ਗ੍ਰੰਥ ਸਾਹਿਬ ਦੀ ਗਿਣਤੀ ਸ਼ੁਰੂ ਹੋਈ ਹੈ, ਪਹਿਲਾ ਕਾਲਮ ਬਿਲਕੁਲ ਉੱਪਰੋਂ ਖਾਲੀ ਛੱਡ ਦਿੱਤਾ ਗਿਆ ਹੈ। ਅੱਗੇ ਇਹਦੇ ਵਿੱਚ 15 ਭਗਤਾਂ ਦੀ ਬਾਣੀ ਦਾ ਉਪਦੇਸ਼ ਔਰ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਬਾਣੀ, ਇਹ ਤੁਰਕੀ ਬਾਣੀ ਹੈ, ਕਿਸੇ ਸਰੀਰ ਦੀ ਬਾਣੀ ਨਹੀਂ। ਆਪਾਂ ਇਸ ਵਿਚਾਰ ਨੂੰ ਅੱਗੇ ਫਿਰ ਵਿਚਾਰਾਂਗੇ ਕਿਵੇਂ ਪਾਤਸ਼ਾਹ ਨੇ ਸੰਪਾਦਨਾ ਕਰਕੇ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀ ਬਾਣੀ ਨਾਲ ਆਪਾਂ ਨੂੰ ਜੋੜਿਆ। ਇੱਕ ਵਾਰ ਸਾਰੀ ਸੰਗਤ ਪਿਆਰ ਨਾਲ ਆਪਾਂ ਪੜ੍ਹੀਏ, ਸਾਰੇ ਗੁਰੂ ਦੇ ਚਰਨਾਂ ਵਿੱਚ ਹਾਜ਼ਰੀ ਲਾਇਓ। ਤੁਰਕੀ ਬਾਣੀ ਆਈ ਤਿਨ ਸਗਲੀ ਚਿੰਤ ਮਿਟਾਈ, ਉਸ ਸਤਿਗੁਰ ਦੀ ਬਾਣੀ ਨਾਲ ਜੁੜੀਏ। ਲਿਖ ਕੇ ਦਿੱਤਾ ਦੁਖ ਰੋਗ ਸੰਤਾਪ ਉਤਰੇ, ਸੁਣੀ ਸੱਚੀ ਬਾਣੀ ਸੰਤ ਸਾਜਨ ਭੈ ਸਰਸੇ ਪੂਰੇ ਗੁਰ ਤੇ ਜਾਣੀ। ਤੇ ਮੈਨੂੰ ਬੜਾ ਅਫਸੋਸ ਹੁੰਦਾ ਹੈ, ਇੱਕ ਦਿਨ ਮੈਂ ਦਰਬਾਰ ਸਾਹਿਬ ਤੋਂ ਕਹਿਤਾ ਅਜੇ ਸਿੱਖੋ ਅਸੀਂ 100 ਵਿੱਚੋਂ 1% ਵੀ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਦੀ ਵਿਆਖਿਆ ਨਹੀਂ ਕਰ ਸਕਦੇ। ਮੈਨੂੰ ਬੰਦਿਆਂ ਦੇ ਫੋਨ ਆਏ, ਕਹਿੰਦੇ ਭਾਈ ਸਾਹਿਬ ਇੰਨੀ ਵਾਰ ਸਾਡੇ ਗੁਰਦੁਆਰੇ ਗੁਰੂ ਗ੍ਰੰਥ ਸਾਹਿਬ ਦੀ ਕਥਾ ਹੋ ਗਈ, ਤੁਸੀਂ ਕਹਿੰਦੇ 1% ਵੀ ਨਹੀਂ ਹੋਈ। ਇੰਨੇ ਵਿਦਵਾਨ ਹੋ ਕੇ ਚਲੇ ਗਏ, ਤੁਸੀਂ ਕਹਿੰਦੇ 1% ਵੀ ਵਿਆਖਿਆ ਨਹੀਂ ਹੋਈ। ਸਾਧ ਸੰਗਤ ਪਹਿਲੀ ਗੱਲ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਸਮੁੰਦਰ, ਇਹਦੇ ਅਰਥਾਂ ਦਾ ਕੋਈ ਦਾਅਵਾ ਨਹੀਂ ਕਰ ਸਕੇਗਾ। ਅਨੇਕਾਂ ਟੀਕੇ ਹੋਏ ਨੇ, ਅਰਥ ਸਮਾਂ ਪਾ ਕੇ ਬਦਲਦੇ ਰਹਿਣਗੇ, ਦੁਨੀਆ ਹੈਰਾਨ ਹੁੰਦੀ ਰਹੇਗੀ। ਅੱਖਰਾਂ ਦੇ ਅਰਥ ਹੋਣਗੇ, ਸ਼ਬਦਾਂ ਦੇ ਅਰਥ ਕਦੇ ਵੀ ਨਹੀਂ ਕਰ ਸਕੋਗੇ। ਗੰਭੀਰਤਾ ਇੰਨੀ ਵੱਧਦੀ ਜਾਏਗੀ। ਇਹ ਸਾਗਰ ਹੈ, ਸਮੁੰਦਰ ਹੈ, ਇਹ ਰਤਨਾਂ ਨਾਲ ਭਰਪੂਰ ਹੈ। ਤੇ ਨਾਲ ਮੈਂ ਬੇਨਤੀ ਕਰਾਂ, ਮੈਂ ਕਿਹਾ 1% ਉਹਨਾਂ ਨੂੰ ਕਿਹਾ ਪਤਾ ਕਿਉਂ ਨਹੀਂ ਹੋਈ। ਅਸੀਂ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਦੁੱਖ ਸੁੱਖ ਲਈ ਭੋਗਾਂ ਵਾਸਤੇ ਰੱਖ ਲਈ। ਅਸੀਂ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਮੱਥਾ ਟੇਕਣ ਤੱਕ ਰਹਿ ਗਏ। ਅਸੀਂ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀ ਬਾਣੀ ਨੂੰ ਡੀਪਲੀ ਸਮਝ ਨਹੀਂ ਸਕੇ। ਜਿੱਦਣ ਬਾਣੀ ਨੂੰ ਸਮਝੋਗੇ ਸਭ ਤੋਂ ਪਹਿਲਾਂ ਤੁਹਾਡੇ ਭਰਮ ਨਾਸ਼ ਹੋਣਗੇ। ਮਾਫ ਕਰਿਓ, ਇੰਨਾ ਪੜਿਆ ਲਿਖਿਆ ਯੁੱਗ ਹੈ, ਅਜੇ ਵੀ ਰੌਲਾ ਪੈਂਦਾ ਹੈ। ਜੇ ਕੋਈ ਸ਼ਨੀਵਾਰੀ ਕੇਸ ਨਾ ਲੈ ਨਾ ਬੀਬੀ, ਲੈ ਸਿਆਣੀਆਂ ਬੁੜੀਆਂ ਰੌਲਾ, ਅੱਜ ਤਾਂ ਸ਼ਨੀਵਾਰ ਸੀ ਤੂੰ ਕਿਉਂ ਕੇਸ ਧੋ ਲੈ। ਅਜੇ ਵੀ ਵਹਿਮ ਭਰਮ ਹੈ। ਅੱਧ ਨਾਲੋਂ ਵੱਧ ਲੋਕ ਗੁਰੂ ਗ੍ਰੰਥ ਸਾਹਿਬ ਨੂੰ ਮੱਥਾ ਟੇਕਣ ਵਾਲੇ, ਮਾਫ ਕਰਿਓ, ਅਜੇ ਵੀ ਧਾਗੇ ਤਵੀਤ ਤੇ ਨਿੰਬੂਆਂ ਦੇ ਸਹਾਰੇ ਚੱਲਦੇ ਨੇ। ਸਾਧ ਸੰਗਤ 80 ਲੱਖ ਰੁਪਏ ਦਾ ਬੰਦਾ ਪੰਜਾਬ ਵਿੱਚ ਇੱਕ ਕਾਰੋਬਾਰ ਕਰਦਾ ਮਹੀਨੇ ਦਾ, ਉਹਦਾ ਕਾਰੋਬਾਰ ਪਤਾ ਕੀ ਹੈ, ਦੁਕਾਨਾਂ ਉੱਤੇ ਨਿੰਬੂ ਮਿਰਚਾਂ ਟੰਗੜੇ ਨੇ, ਟੰਗਾਈ ਜਾਂਦੇ ਨੇ, ਸਭ ਦੇ ਟੰਗੇ ਨੇ। ਗੁਰੂ ਨਾਨਕ ਸਾਹਿਬ ਦੀ ਫੋਟੋ ਵੀ ਲਾਈ ਹੈ, ਜਪਜੀ ਸਾਹਿਬ ਵੀ ਪੜ੍ਹਦੇ ਨੇ, ਗੁਰਦੁਆਰੇ ਮੱਥਾ ਟੇਕ ਕੇ ਵੀ ਜਾਣਗੇ, ਪਰ ਦੁਕਾਨ ਤੇ ਪਹਿਲਾਂ ਨਿੰਬੂ ਮਿਰਚ ਵੇਖਣਗੇ। ਉਹ ਮਿਰਚਾਂ ਸੁੱਕ ਤੇ ਨਹੀਂ ਗਈਆਂ, ਨਜ਼ਰ ਹੀ ਨਾ ਲੱਗ ਜਾਏ। ਇੱਕ ਬਿਮਾਰੀ ਹੋਰ ਚੱਲੀ ਹੈ, ਆ ਕਾਲੇ ਧਾਗੇ ਤਾਂ ਪੈਰਾਂ ਉੱਤੇ ਸਾਰੇ ਬੰਨੀ ਜਾਂਦੇ ਨੇ, ਬੀਬੀਆਂ ਵੀ ਬੰਨੀ ਜਾਂਦੀਆਂ, ਬੰਦੇ ਹੀ ਬੰਨੀ ਜਾਂਦੇ। ਮੈਂ ਕਈਆਂ ਨੂੰ ਪੁੱਛਿਆ ਕਦ ਲਈ ਬੰਨੇ, ਕਹਿੰਦੇ ਉਦਾਂ ਹੀ ਬੰਨੇ, ਨਜ਼ਰ ਨਾ ਲੱਗ ਜਾਏ। ਹੱਦ ਹੋ ਗਈ ਗੱਲ ਵਾਲੀ। ਇਹਦਾ ਮਤਲਬ ਤੁਹਾਨੂੰ ਬਾਣੀ ਤੇ ਕੋਈ ਵਿਸ਼ਵਾਸ ਨਹੀਂ। ਤੁਸੀਂ ਇਹ ਗੱਲ ਪੜ੍ਹੀ ਨਹੀਂ ਕਿ ਸਗਨ ਅਪ ਸਗਨ ਤਿਸ ਕੋ ਲੱਗੇ, ਜਿਸ ਚੀਤ ਨ ਆਵੇ। ਅਨੇਕਾਂ ਦੁੱਖਾਂ ਸੁੱਖਾਂ 'ਚ ਵਿਆਹ ਸ਼ਾਦੀਆਂ ਤੇ ਪਾਠ ਕਰਵਾ ਲੈ, ਇਹ ਗੱਲ ਅਜੇ ਸੁਣੀ ਨਹੀਂ। ਫਿਰ ਕਿਵੇਂ ਕਹੋਗੇ ਵੀ % ਵਿਆਖਿਆ ਹੋ ਗਈ ਇੰਨੀ? ਅਜੇ ਤਾਂ ਸਮਝ ਹੀ ਨਹੀਂ ਆਈ। ਹਰ ਮਹੀਨੇ ਸੁਣਿਆ ਪਰ ਸਾਨੂੰ ਸਮਝ ਨਹੀਂ ਆਇਆ ਕਿ ਦਿਨ ਕੋਈ ਮਾੜਾ ਨਹੀਂ, ਮਹਾਂ ਦਿਵਸ ਮੂਰਤ ਭਲੇ ਜਿਸ ਕੋ ਨਦਰ ਕਰੇ। ਨਹੀਂ ਸਮਝੇ ਫਿਰ ਵੀ ਕਹਿੰਦੇ ਆ ਇਹ ਮੰਗਲੀਕ ਹੈ, ਅੱਜ ਮੰਗਲਵਾਰ ਹੈ, ਅੱਜ ਸ਼ਨੀਵਾਰ ਹੈ। ਸਿੱਖਾਂ ਨੂੰ ਨਹੀਂ ਇਹ ਸੋਚਣਾ ਚਾਹੀਦਾ। ਇੱਕ ਲੜਕੀ ਦੇ ਪੈਰ ਤੇ ਕਾਲਾ ਧਾਗਾ ਬੰਨਿਆ ਸੀ, ਮੈਂ ਉਹਨਾਂ ਦੇ ਘਰ ਪ੍ਰਸ਼ਾਦਾ ਛਕਣ ਚਲਾ ਗਿਆ, ਉਹ ਵਿਚਾਰੇ ਫਸ ਗਏ। ਮੈਂ ਉਹਨਾਂ ਨੂੰ ਕਿਹਾ ਆ ਕੁੜੀ ਤੁਹਾਡੀ ਲੜਕੀ ਬਿਮਾਰ ਰਹਿੰਦੀ ਹੈ? ਕਹਿੰਦੇ ਨਹੀਂ ਭਾਈ ਸਾਹਿਬ, ਤੁਹਾਨੂੰ ਕੌਣ ਕਹਿੰਦਾ? ਮੈਂ ਕਿਹਾ ਕਹਿੰਦਾ ਕੋਈ ਨਹੀਂ, ਇਹਦੇ ਪੈਰ ਤੇ ਕਾਲਾ ਧਾਗਾ ਬੰਨਿਆ ਤਾਂ ਮੈਨੂੰ ਲੱਗਾ ਬਿਮਾਰ ਹੈ। ਕਹਿੰਦੇ ਨਹੀਂ ਨਹੀਂ ਭਾਈ ਸਾਹਿਬ ਉਦਾਂ ਹੀ ਬੰਨਿਆ, ਚੁੱਪ ਜਾ ਕਰ ਗਏ, ਗੱਲ ਬਦਲਣ ਲੱਗ। ਇੰਨੇ ਨੂੰ ਉਹਨਾਂ ਦਾ ਲੜਕਾ ਬੋਲ ਪਿਆ, BA ਫਸਟ ਈਅਰ 'ਚ ਪੜ੍ਹਦਾ। ਉਹ ਕਹਿੰਦਾ ਭਾਈ ਸਾਹਿਬ ਜੀ, ਬਾਬਾ ਜੀ ਕਹਿੰਦਾ ਮੇਰੇ ਪੈਰ ਤੇ ਵੀ ਬੰਨਿਆ ਹੋਇਆ। ਕਹਿੰਦਾ ਮੰਮੀ ਨੇ ਬੰਨੇ ਲਿਆ ਪਿਆ। ਮੰਮੀ ਦੇਖਿਆ ਆਲਾ ਦੁਆਲਾ। ਮੈਂ ਕਿਹਾ ਭੈਣ ਜੀ ਗੁਰਦੁਆਰੇ ਜਾਂਦੇ ਹੋ? ਕਹਿੰਦੀ ਭਾਈ ਸਾਹਿਬ ਆ ਜਿੱਥੇ ਤੁਸੀਂ ਕਥਾ ਕੀਤੀ ਨਾਲੇ ਹੀ ਤਾਂ ਹੈ ਸਾਡੇ ਘਰ, ਅਸੀਂ ਤਾਂ ਰੋਜ਼ ਜਾਈਦਾ। ਮੈਂ ਕਿਹਾ ਫਿਰ ਗੁਰਦੁਆਰੇ ਜਾਣ ਦਾ ਕੀ ਫਾਇਦਾ? ਫਿਰ ਕੀ ਸੁਣਿਆ? ਫਿਰ ਬਾਣੀ ਪੜ੍ਹਨ ਦਾ ਕੀ ਫਾਇਦਾ? ਫਿਰ ਕਿਉਂ ਗੁਰੂ ਗ੍ਰੰਥ ਸਾਹਿਬ ਮਹਾਰਾਜ ਕੋਲ ਜਾਂਦੇ? ਜੇ ਤੁਹਾਨੂੰ ਇਹੋ ਭੁਲੇਖਾ ਹੈ ਕਿ ਧਾਗਿਆਂ ਨਾਲ ਹੀ ਸ਼ਾਇਦ ਬਚਾਅ ਹੋਣਾ,
फिर बाणी पढ़न दा की लाभ? तुसीं सुनिया नहीं कि दुख रोग संताप उतरे सुनी सच्ची बाणी, तुसीं काले धागे क्यों बन ले? मैनू पता सी उन्हां ते असर घट होना है। मैं वो बच्ची नूं कोल सद्दिया, बेटा किहड़ी क्लास च पढ़दे हो? कहंदी अंकल मैं 12th च पढ़दी, 12वीं च। मैं कहा की बनना पढ़ लिख के? कहंदी अंकल मैं डॉक्टर बनना। मैं तैनूं तां डॉक्टर बनने दा फायदा ही नहीं। कहंदे अंकल क्यों? मैं कहा तू तो बीमार रहना सारी उम्र। कहंदे भाई साहब इदां ना कहो। मैं कहा बेटा पता क्यों तू बीमार रहना? तू बीमार पता क्यों रहना? कहंदी अंकल क्यों? मैं कहा जेड़ा तेरे पैर उत्ते काला धागा बन दिता है पोते ने तैनू बीमारी पैदा करनी है, साइकोलॉजी इफेक्ट मानसिक रोग पैदा करना है। जिदन धागा गल के टुट गया, जे कोई पैर हाथ बांह दर्द करन लग पिया, तू कहना उदण दा ही दुखदा जिदन दा धागा टुटे। तू बीमार रहन लग जाना। डॉक्टर बन के की करेंगी? पहला किसी रोगी का इलाज करेंगी, जे धागा पैर चो टुट गया पहला धागा लभन जाएगी। ये धागे ने तेनू बीमार कर देना। ये साइकोलॉजी इफेक्ट है। जे मैं तुहानू इदां दा भरम पा दा ना भी तुसीं जे सवेरे उठ के अपने खब्बे गुआंढियां वल दे पासे वेखो, खब्बे हथ नूं, तां तुहाडा अद्धा सिर दुखण लग पैना, कल नूं दुखण लग पेगा। देख लो ले, ये साइकोलॉजी इफेक्ट है। वो मन के अंदर भरम पै जाता है। तुहानू कोई कह दे भी आ 2 नंबर गेट तो खब्बे लंघदे एक छोटा जिहा बेरी का दरखत है, उत्थे कोई सलेडा रहिंदा है, वो शरीर बदल लेंदा, कदे कुत्ता बन जाता कदे बंदा बन जाता। लै सवेरे जाओगे जे आम भी कुत्ता खड़ा होया तुसीं कहना भाई साहब की गल सच। ये साइकोलॉजी इफेक्ट है, मानसिक रोग। वो बच्ची पढ़ी लिखी सी, जदों उस बच्ची नूं इन्नी गल कही पुत्ते मानसिक रोग है, तू बीमार होण लग जाणे। उस वक्त तो बच्ची भज के किचन विच गई, उन्हें छोटी जी कंची लियांदी, पहला अपने पैर का धागा वड्डिया, फिर उन्हें अपने भरा दे पैर का भी धागा वड्डिया। तुहानू भी हाथ जोड़ के बेनती है, जिन्हां ने पैरां ते काले धागे बन्ने ने किरपा करके वड़ दिओ। लुकोवो ना, हुण घर जाके वड़ दिओ। क्यों कंची नहीं मिलनी तुहानू? घर जाके वड़ दिओ जे किसी ने बन्ने। ये मैं तां कहा कईयां धागियां वालियां कल नहीं सी आउणा, अज गुरु ने मेरे तो कहा दिता है। तुहानू हथ जोड़ के बेनती है, ये धागे वड़ दिओ। हाँ, हथ विच गुरु दा कड़ा पा के रखो, घर विच जपजी साहिब दी बाणी पढ़ो, फिर गुरु ते भरोसा है। मैनू विश्वास है जिड्डे वड्डे मर्जी टूणे तो टप जिओ, तुहाडा बाल विंगा नहीं होगा। क्योंकि साध संगत बाणी तुहाडे नाल रहन लग पैंदी है। गुरु ग्रंथ साहिब दी बाणी तुहाडी हिफाजत करदी है। ये चौगिरद हमारे रामकार, पढ़ो दुख लगे ना। इन्हें तुहानू दुख लगन नहीं देना, इन्हें 4 छपेरे नाल रहना। आओ साध संगत उस गुरु के चरणों आ पंक्ति पढ़ के आप हाजरी ला लीए। फिर अगला प्रोग्राम कल फिर सरवण करांगे। सारे मिल के प्यार नाल कहो गुरु के चरणों विच सबना जियां का एक दाता सो मैं। ते मंगना की है गुरा, हे सतगुरु एक दे बुझाई, मैनू एक अकल दे के तोरो अपने चरणों चों, कि तुहाडा नाम कदे ना भुले, तुहाडे ते विश्वास भरोसा बने। सारे मिल के कहो सो मैं विसरे ना जाई, सबना जियां का एक दाता। सो मैं विसर ना जाई, सबना जियां का एक दाता। सो मैं विसर ना सबना जियां का एक दाता। सो मैं विसर ना सबना जियां, सबना जियां का एक दाता। सबना जियां का एक दाता। सबना जियां का एक, सबना जियां का एक। सो मैं विसर ना जाई, सबना जियां का एक दाता। सो मैं विसर ना जाई, सबना जियां का एक दाता। सो मैं विसर ना सबना जियां का एक दाता। सो मैं सबना जियां का एक दाता। सतगुरु कृपा करन तुहाडी सारियां दी हाजरी
दरगाही प्रवान होवे। कल फिर अपनी चरण धूड़ लैके आयो, दर्शन दिओ, परिवारां समेत पहुंचो। भुल चुक दी खिमा बख्शणी। तुसीं समाप्ति ते जाने, सानू छुट्टियां बख्शो, क्योंकि दिन रात समागम चल रहे हैं। कल भी 3 समागम सी, अज भी 2 सी, कल सवेरे फिर समागम है, फिर कल शामी तुहाडे दर्शन करने ने। असीस बख्शो, भुलना ना चितारियो, गज के फतेह बुलाओ। वाहिगुरु जी का खालसा, वाहिगुरु जी की फतेह।